ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਦਾ ਪ੍ਰੋਗਰਾਮ ਆਵਾਜ਼ੇ ਪੰਜਾਬ 'ਚ ਸਵਾਗਤ ਹੈ। ਤੁਹਾਡੇ ਲਈ ਇਹ ਪ੍ਰੋਗਰਾਮ ਜੋ ਕਿ ਚੈਨਲ ਪੰਜਾਬੀ ਦੇ ਨਾਲ ਗਲੋਬਲ ਪੰਜਾਬ 'ਤੇ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਤਾਜ਼ਾ ਘਟਨਾਵਾਂ ਅਤੇ ਇਤਿਹਾਸਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਵੱਖ-ਵੱਖ ਪਹਿਲੂਆਂ 'ਤੇ ਗੱਲਬਾਤ ਹੁੰਦੀ ਹੈ। ਅੱਜ ਇੱਕ ਬੜੀ ਚਰਚਿਤ ਘਟਨਾ ਜਿਹੜੀ ਕਿ ਇੱਕ ਨਾ ਸਿਰਫ ਘਟਨਾ ਹੋ ਕੇ ਇੱਕ ਵਰਤਾਰਾ ਹੈ, ਉਸ 'ਤੇ ਗੱਲਬਾਤ ਹੋਏਗੀ। ਇਹ ਕਿਸ ਤਰ੍ਹਾਂ ਦਾ ਲਗਾਤਾਰ ਲੰਮੇ ਸਮੇਂ ਤੋਂ ਇਹ ਵਰਤਾਰਾ ਚੱਲ ਰਿਹਾ, ਉਸ ਦੇ ਬਾਰੇ ਅੱਜ ਦੇ ਕੈਨੇਡਾ ਦੇ ਪ੍ਰਮੁੱਖ ਅਖਬਾਰਾਂ ਨੇ ਬੜੇ ਵਿਸਤਾਰ ਸਹਿਤ ਜਾਣਕਾਰੀ ਵੀ ਛਾਪੀ ਹੈ। ਦਰਅਸਲ ਕੈਨੇਡਾ ਦੇ ਇਤਿਹਾਸ ਵਿੱਚ ਅਸੀਂ ਦੇਖੀਏ, ਇੱਥੋਂ ਦੀ ਰਾਜਨੀਤੀ 'ਚ ਦੇਖੀਏ ਤਾਂ ਕੁਝ ਘਟਨਾਵਾਂ ਐਸੀਆਂ ਹੋ ਰਹੀਆਂ ਨੇ ਜਿਹੜੀਆਂ ਕਿ ਸਿੱਧੇ ਅਸਿੱਧੇ ਤੌਰ 'ਤੇ ਕੈਨੇਡੀਅਨ ਪੋਲੀਟੀਕਲ ਸਿਸਟਮ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਜਾਂ ਉਸ ਨੂੰ ਕਿਸੇ ਖਾਸ ਹੱਕ ਦੇ ਵਿੱਚ ਭੁਗਤਾਉਣ ਦੀ ਕੋਸ਼ਿਸ਼ 'ਚ ਨੇ। ਐਸੀਆਂ ਘਟਨਾਵਾਂ ਦੇ ਵਿੱਚੋਂ ਇੱਕ ਜਿਹੜਾ ਵਰਤਾਰਾ ਚੱਲ ਰਿਹਾ ਹੈ, ਜਿਸ ਦੇ ਬਾਰੇ ਪਹਿਲਾਂ ਵੀ ਇਹੋ ਜਿਹੀਆਂ ਰਿਪੋਰਟਸ ਆਈਆਂ ਸਨ ਕਿ ਬਾਹਰਲੇ ਮੁਲਕਾਂ ਦੀ ਦਖਲਅੰਦਾਜ਼ੀ ਕੈਨੇਡਾ ਦੇ ਵਿੱਚ ਲਗਾਤਾਰ ਰਾਜਨੀਤਿਕ ਪੱਧਰ 'ਤੇ ਹੋ ਰਹੀ ਹੈ। ਉਹਨਾਂ ਦੇ ਵਿੱਚ ਕੁਝ ਨਾਂ ਆਏ ਸਨ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਏਸ਼ੀਅਨ ਦੇਸ਼ਾਂ ਦੇ ਨਾਮ ਸਨ। ਉਹਨਾਂ ਘਟਨਾਵਾਂ ਦੇ ਬਾਰੇ ਬਾਅਦ ਦੇ ਵਿੱਚ ਜਾਣਕਾਰੀ ਵੀ ਸਾਹਮਣੇ ਆਈ ਅਤੇ ਕੈਨੇਡੀਅਨ ਏਜੰਸੀ ਨੇ ਇਸ ਗੱਲ ਦੇ ਪ੍ਰਤੀ ਕਾਫੀ ਬਾਰੀਕੀ ਦੇ ਨਾਲ ਅਧਿਐਨ ਕੀਤਾ, ਪਰ ਇਸ ਦਾ ਕੋਈ ਹੱਲ ਨਾ ਨਿਕਲਿਆ। ਉਸ ਨੂੰ ਲੈ ਕੇ ਚੱਲਦੇ ਸਿਲਸਿਲੇ ਦੇ ਵਿੱਚ ਵੱਖ-ਵੱਖ ਘਟਨਾਵਾਂ ਦੇ ਵਿੱਚੋਂ ਜਿਹੜੀ ਹੁਣ ਘਟਨਾ ਸਾਹਮਣੇ ਆਈ ਹੈ, ਉਹ ਇੱਕ ਐਸੀ ਘਟਨਾ ਹੈ ਜਿਸ ਦੇ ਵਿੱਚ ਕੈਨੇਡਾ ਦੇ ਇੱਥੋਂ ਦੇ ਇਮੀਗ੍ਰੇਸ਼ਨ ਸਿਸਟਮ ਨੇ ਇੱਕ ਭਾਰਤ ਦੇ ਪੱਤਰਕਾਰ ਨੂੰ ਕੈਨੇਡਾ ਦਾ ਇੱਥੋਂ ਦੀ ਨਾਗਰਿਕਤਾ ਦੇਣ ਜਾਂ ਇੱਥੋਂ ਦਾ PR ਸਟੇਟਸ ਦੇਣ ਤੋਂ ਇਸ ਕਰਕੇ ਨਾ ਕਰ ਦਿੱਤੀ ਕਿ ਉਸ 'ਤੇ ਇਹ ਦੋਸ਼ ਨੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡੀਅਨ ਰਾਜਨੀਤਿਕ ਲੋਕਾਂ ਨੂੰ ਆਪਣੇ ਭਾਰਤੀ ਰਾਜਨੀਤਿਕ ਪ੍ਰਪੇਖ ਦੇ ਹੱਕ 'ਚ ਭੁਗਤਾਉਣ ਦੇ ਵਾਸਤੇ ਭੂਮਿਕਾ ਨਿਭਾ ਰਿਹਾ ਹੈ। ਇਹ ਗੱਲ ਕਿੰਨੀ ਕੁ ਸਹੀ ਹੈ ਜਾਂ ਗਲਤ ਹੈ, ਇਸ ਦਾ ਮੁਲਾਂਕਣ ਨਵੇਂ ਸਿਰੇ ਤੋਂ ਲੰਮੇ ਪ੍ਰੋਸੈਸ ਦੇ ਵਿੱਚ ਹੋਏਗਾ, ਪਰ ਇਸ ਘਟਨਾ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ। ਪਹਿਲੀ ਗੱਲ ਤਾਂ ਉਹ ਲੋਕ ਕੌਣ ਨੇ ਜਿਹੜੇ ਇਸ ਤਰ੍ਹਾਂ ਕਰ ਰਹੇ ਨੇ। ਦੂਸਰੀ ਗੱਲ ਇਹ ਹੈ ਕਿ ਇੰਨੀ ਮਜਾਲ ਹੋਣੀ ਕਿ ਕਿਸੇ ਦੇਸ਼ ਦੇ ਵਿੱਚ ਤੁਸੀਂ ਅਣਐਲਾਨੇ ਹੋਏ ਜਸੂਸ ਦੇ ਤੌਰ 'ਤੇ ਕੰਮ ਕਰੋ, ਭਾਈਚਾਰੇ ਦੇ ਵਿੱਚ ਵੀ ਵਿਚਰੋ। ਤੀਸਰੀ ਗੱਲ ਇਹ ਹੈ ਕਿ ਉਹ ਰਾਜਨੀਤਿਕ ਹੱਕ 'ਚ ਭੁਗਤਾਉਣ ਦੇ ਵਿੱਚ ਜਿਹੜੇ ਮਫਾਦ ਲੁਕੇ ਹੋਏ ਨੇ ਉਹ ਕਿੰਨਾਂ ਦੇ ਨੇ ਅਤੇ ਪੂਰੇ ਕਿਵੇਂ ਹੋ ਰਹੇ ਨੇ। ਕੈਨੇਡਾ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਚੱਲਣ ਵਾਲਾ ਦੇਸ਼ ਹੈ, ਇਸ ਦੀ ਆਪਣੀ ਲੋਕ ਰਾਜੀ ਪ੍ਰਣਾਲੀ ਹੈ। ਇਸ ਦੇ ਵਿੱਚ ਅਜਿਹਾ ਕੁਝ ਹੋਣਾ ਕੈਨੇਡੀਅਨ ਨਾਗਰਿਕਾਂ ਦੇ ਹੱਕਾਂ 'ਤੇ ਵੀ ਡਾਕਾ ਹੈ ਅਤੇ ਮੀਡੀਆ ਲਈ ਵੀ ਇੱਕ ਕਲੰਕ ਹੈ। ਸੋ ਅੱਜ ਇਸ ਗੱਲ ਨੂੰ ਕਰਨ ਦੇ ਵਾਸਤੇ ਸਾਡੇ ਨਾਲ ਸੀਨੀਅਰ ਜਰਨਲਿਸਟ ਗੁਰਪ੍ਰੀਤ ਸਿੰਘ ਜੀ ਸ਼ਾਮਲ ਨੇ, ਜਿਹੜੇ ਕਿ ਵਿਸ਼ੇਸ਼ ਗੱਲਬਾਤ ਕਰਨਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਪ੍ਰੋਗਰਾਮ 'ਚ ਸ਼ਾਮਲ ਕਰਨ ਲਈ। ਆਵਾਜ਼ੇ ਪੰਜਾਬ ਦਾ ਬਹੁਤ ਧੰਨਵਾਦ ਮੰਚ ਮੁਹੱਈਆ ਕਰਨ ਵਾਸਤੇ। ਬਹੁਤ ਸ਼ੁਕਰੀਆ ਜੀ। ਗੁਰਪ੍ਰੀਤ ਸਿੰਘ ਜੀ, ਜਿਹੜੀ ਗਲੋਬਲ ਮੇਲ ਨਿਊਜ਼ ਦੇ ਵਿੱਚ ਅੱਜ ਖਾਸ ਇਹ ਚਰਚਿਤ ਖਬਰ ਆਈ ਹੈ, ਇਸ ਤੋਂ ਪਹਿਲਾਂ ਕਿ ਅਸੀਂ ਘਟਨਾਵਾਂ ਦੇ ਜਿਹੜੇ ਪਿਛੋਕੜ ਵੱਲ ਜਾਈਏ, ਪਹਿਲਾਂ ਇਹ ਜਿਹੜੀ ਖਬਰ ਹੈ ਕੀ ਹੈ ਅਤੇ ਇਸ ਦੀ ਕੀ ਜਾਣਕਾਰੀ ਹੈ, ਥੋੜ੍ਹੀ ਜਿਹੀ ਦਰਸ਼ਕਾਂ ਨਾਲ ਸਾਂਝੀ ਕਰੋ। ਦੇਖੋ, ਖਬਰ ਸੰਖੇਪ ਵਿੱਚ ਇਹ ਹੈ ਕਿ ਇੱਕ ਵਿਅਕਤੀ ਹੈ ਜੀ ਜਿਹੜਾ ਕਿ ਇੰਡੀਆ ਦਾ ਕੋਈ ਅਖਬਾਰ ਕੱਢਦਾ ਜਾਂ ਉਸ ਅਖਬਾਰ ਦਾ ਐਡੀਟਰ ਇਨ ਚੀਫ ਹੈ ਜੀ। ਸੋ ਇਹ ਅਜੇ ਕਲੀਅਰ ਨਹੀਂ ਹੋਇਆ ਕਿ ਕੀ ਉਹ ਮਾਲਕ ਵੀ ਹੈ ਜਾਂ ਉਹ ਕਿਸੇ ਵੱਡੇ ਅਖਬਾਰ ਦਾ ਐਡੀਟਰ ਇਨ ਚੀਫ ਬਤੌਰ ਮੁਲਾਜ਼ਮ ਹੈ ਜੀ। ਪਰ ਜੋ ਵੀ ਹੈ ਕਿ ਉਸ ਵਿਅਕਤੀ ਦੀ ਪਤਨੀ ਅਤੇ ਉਸ ਦਾ ਬੇਟਾ ਉਹ ਕੈਨੇਡੀਅਨ ਨਾਗਰਿਕ ਨੇ ਜੀ, ਔਰ ਉਸਨੇ ਵੀ ਇੱਥੇ ਆਉਣ ਦੀ ਕੋਸ਼ਿਸ਼ ਕੀਤੀ। ਉਸਨੇ ਬਕਾਇਦਾ ਇੱਥੋਂ ਦੀ PR ਲੈਣ ਦੇ ਲਈ ਕੋਸ਼ਿਸ਼ ਕੀਤੀ। ਸੋ ਜਿਹੜਾ ਕੈਨੇਡਾ ਦਾ ਸਫਾਰਤਖਾਨਾ ਭਾਰਤ ਵਿੱਚ, ਉਸਨੇ ਉਸਦਾ ਇੰਟਰਵਿਊ ਕੀਤਾ ਔਰ ਉਸਨੂੰ ਨਾ ਕਰ ਦਿੱਤੀ। ਵਜ੍ਹਾ ਉਸਦੀ ਇਹ ਕਿ ਉਸਦੇ ਭਾਰਤੀ ਖੁਫੀਆ ਏਜੰਸੀਆਂ ਰॉ ਅਤੇ IB ਨਾਲ ਸੰਬੰਧ ਨੇ। ਬਕਾਇਦਾ ਇਹ ਇਲਜ਼ਾਮ ਲੱਗ ਰਿਹਾ ਉਸ 'ਤੇ ਕਿ ਉਹ ਇਹਨਾਂ ਏਜੰਸੀਆਂ ਦੇ ਲਈ ਕੈਨੇਡਾ 'ਚ ਕੰਮ ਕਰ ਰਿਹਾ ਸੀ। ਕੰਮ ਕੀ ਕਰ ਰਿਹਾ ਸੀ? ਕੈਨੇਡਾ ਦੇ ਜਿਹੜੇ ਮੁੱਖ ਧਾਰਾ ਸਿਆਸਤਦਾਨ ਨੇ ਉਹਨਾਂ ਨੂੰ ਗੰਢਣ ਦੀਆਂ ਕੋਸ਼ਿਸ਼ਾਂ, ਉਹਨਾਂ ਦੇ ਪ੍ਰਭਾਵ ਜਮਾਉਣ ਦੀਆਂ ਕੋਸ਼ਿਸ਼ਾਂ ਕਿ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਭਾਰਤ ਪੱਖੀ ਹੋ ਸਕੇ, ਭਾਰਤ ਪ੍ਰਤੀ ਉਹਨਾਂ ਦਾ ਨਜ਼ਰੀਆ ਸੌਫਟ ਜਾਂ ਨਰਮ ਹੋਵੇ। ਔਰ ਉਸ ਵੇਲੇ ਦੀ ਗੱਲ ਹੈ ਜਦੋਂ ਨਰਿੰਦਰ ਮੋਦੀ ਇੱਥੇ ਪਹਿਲੀ ਵਾਰੀ ਆਏ 2015 ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ। ਸੋ ਉਸ ਦਾ ਪੂਰਾ ਜ਼ੋਰ ਸੀ ਕਿ ਕੈਨੇਡੀਅਨ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਗੰਢਿਆ ਜਾਵੇ, ਭਾਰਤ ਪੱਖੀ ਬਣਾਇਆ ਜਾਵੇ ਜੀ। ਇੱਕ ਤਰੀਕੇ ਨਾਲ ਰਿਕਰੂਟ ਕਰ ਰਿਹਾ ਸੀ ਉਹਨਾਂ ਨੂੰ। ਸੋ ਇਹ ਗੱਲਾਂ ਸਾਹਮਣੇ ਆਈਆਂ। ਇਸ ਦੇ ਆਧਾਰ ਦੇ ਉੱਤੇ ਉਸ ਤੋਂ PR ਦੀ ਜਿਹੜੀ ਐਪਲੀਕੇਸ਼ਨ ਰੱਦ ਕੀਤੀ ਗਈ। ਉਹ ਮਾਮਲਾ ਕੋਰਟ 'ਚ ਰਹਿ ਗਿਆ। ਓਨਟਾਰੀਓ ਦੀ ਅਦਾਲਤ ਨੇ ਇਸ ਕੇਸ ਦੇ ਵਿੱਚ ਜਿਹੜਾ ਆਪਣਾ ਫੈਸਲਾ ਦਿੱਤਾ, ਉਸ ਵਿੱਚ ਕਿਹਾ ਕਿ ਇਹ ਮਾਮਲਾ ਇਮੀਗ੍ਰੇਸ਼ਨ ਵਾਲਿਆਂ ਨੇ ਹੀ ਜਿਹੜਾ ਹੈ ਇਸ ਨੂੰ ਕਿਸੇ ਕੰਢੇ ਲਾਉਣਾ, ਅਦਾਲਤ ਦਖਲ ਨਹੀਂ ਦੇ ਸਕਦੀ, ਜੁਡੀਸ਼ੀਅਲ ਰਿਵਿਊ ਉਸਦਾ ਹੋ ਸਕਦਾ। ਸੋ ਉੱਥੋਂ ਇਹ ਗੱਲ ਜਿਹੜੀ ਹੈ ਬਾਹਰ ਆਈ ਹੈ, ਜਿਸ ਦੇ ਵਿੱਚ ਇਸ ਵਿਅਕਤੀ ਦਾ ਨਾਂ ਨਹੀਂ ਦੱਸਿਆ ਗਿਆ, ਉਸ ਨੂੰ ਇਹ ਵੀ ਕਹਿ ਕੇ ਸੰਬੋਧਨ ਕੀਤਾ ਗਿਆ, ਭਾਵ ਉਸ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਕਿਉਂਕਿ ਪ੍ਰਾਈਵੇਸੀ ਦਾ ਮਾਮਲਾ ਵੀ ਹੋ ਸਕਦਾ। ਸੋ ਇਹ ਹੈ ਸੰਖੇਪ ਕਹਾਣੀ ਕਿ ਇਹ ਕਿੱਸਾ ਇਸ ਤਰੀਕੇ ਨਾਲ ਪ੍ਰਕਾਸ਼ 'ਚ ਆਇਆ। ਸੋ ਗੁਰਪ੍ਰੀਤ ਸਿੰਘ ਜੀ, ਜਿਹੜੀ ਗੱਲ ਖਾਸ ਕਰਕੇ ਇਹ ਇੱਕ ਅੰਗਰੇਜ਼ੀ ਅਖਬਾਰ ਨੇ ਜ਼ਾਹਰ ਕੀਤੀ ਹੈ
ਸੁਭਾਵਿਕ ਹੀ ਹੈ ਕਿ ਉਸ ਦੇ ਕੁਝ ਕਾਰਨ, ਕੁਝ ਤੱਥ, ਕੁਝ ਸਬੂਤ ਜਾਂ ਉਸ ਦੇ ਬਕਾਇਦਾ ਤੌਰ ਤੇ ਸੋਲਿਡ ਕੋਈ ਨਾ ਕੋਈ ਬੇਸ ਹੋਏਗਾ, ਵਰਨਾ ਅਜਿਹਾ ਨਹੀਂ ਹੁੰਦਾ। ਸੋ ਇਸ ਦੇ ਵਿੱਚ ਜੇ ਇਮੀਗ੍ਰੇਸ਼ਨ ਵਿਭਾਗ ਜਾਂ ਜਿਹੜੇ ਹੋਰ ਡਾਕੂਮੈਂਟਸ, ਦਸਤਾਵੇਜ਼ ਜਿੰਨਾ ਕੁ ਉਹਨਾਂ ਦੇ ਗੋ ਥਰੂ ਹੋਏ ਹੋ, ਤੁਸੀਂ ਗਏ ਹੋ, ਉਸ ਦੇ ਵਿੱਚੋਂ ਕਿੱਥੇ ਕਿੱਥੇ ਕੀ ਮਿਲਿਆ, ਤਾਂ ਕਿ ਗਲੋਬਲ ਮੇਲ ਦੇ ਇਹ ਅਖਬਾਰ ਦੇ ਵੇਰਵੇ ਦੇ ਧੰਨਵਾਦ ਦੇ ਨਾਲ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਅਸੀਂ ਉਸ ਦੇ ਬਾਰੇ ਹੋਰ ਪੜਤਾਲ ਕਰ ਸਕੀਏ। ਗਲੋਬਲ BC ਨੇ ਖਬਰ ਦਿੱਤੀ ਬੇਸਿਕਲੀ ਜੀ। ਸੋ ਬੇਸਿਕਲੀ ਉਸ ਦੇ ਵਿੱਚ ਗੱਲ ਇਸ ਤਰ੍ਹਾਂ ਹੋਈ ਹੈ ਕਿ ਜਿਹੜੀ ਉਸਨੇ ਅਦਾਲਤ ਨੇ ਟਿੱਪਣੀਆਂ ਕੀਤੀਆਂ ਉਹ ਧਿਆਨ ਮੰਗਦੀਆਂ। ਅਦਾਲਤ ਇਹ ਕਹਿ ਰਹੀ ਹੈ ਕਿ ਤੂੰ ਪੱਤਰਕਾਰ ਹੈ ਜੀ, ਪੱਤਰਕਾਰ ਹੋਣ ਦੇ ਨਾਤੇ ਤੇਰਾ ਉੱਠਣਾ ਬੈਠਣਾ, ਉਹਨਾਂ ਲੋਕਾਂ ਨੂੰ ਮਿਲਣਾ ਸੁਭਾਵਿਕ ਹੈ ਜੀ, ਜਿਹੜੇ ਵੱਡੇ ਵੱਡੇ ਅਹੁਦੇਦਾਰ ਨੇ ਕਿਸੇ ਏਜੰਸੀਆਂ ਦੇ ਵਿੱਚ ਨੇ, ਕੁਝ ਵੀ ਹੈ। ਇਸ ਨੂੰ ਉਸਨੇ ਵੀ ਰੂਲ ਆਊਟ ਨਹੀਂ ਕੀਤਾ, ਉਸਨੇ ਵੀ ਡਿਨਾਈ ਨਹੀਂ ਕੀਤਾ ਕਿ ਮੇਰੇ ਸੰਬੰਧ ਉਹਨਾਂ ਦੇ ਨਾਲ ਰਹੇ ਆ, ਔਰ ਕਿਤੇ ਨਾ ਕਿਤੇ ਤਾਲਮੇਲ ਦੀ ਗੱਲ ਉਸਨੇ ਸਵੀਕਾਰਿਆ ਵੀ ਹੈ ਜੀ। ਪਰ ਅਦਾਲਤ ਇਹ ਵੀ ਨਾਲ ਕਹਿ ਰਹੀ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਕਿਸਮ ਦੀ ਜਾਣਕਾਰੀ ਦਾ ਆਦਾਨ ਪ੍ਰਦਾਨ ਹੋਇਆ ਹੋਊਗਾ ਜੀ, ਜਿਸ ਨੂੰ ਅਸੀਂ ਕਹਿ ਸਕਦੇ ਕਿ ਇੱਕ ਤਰੀਕੇ ਨਾਲ ਕੈਨੇਡਾ ਦੇ ਜਿਹੜੇ ਮਾਮਲਿਆਂ ਵਿੱਚ, ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਹੋ ਰਹੀ ਹੈ ਜੀ। ਦਿਲਚਸਪ ਗੱਲ ਇਹ ਵੀ ਹੋਈ ਹੈ, ਜਿਹੜੇ ਇੱਥੋਂ ਦੇ ਜਨਤਕ ਸੁਰੱਖਿਆ ਮੰਤਰੀ ਨੇ ਬਿਲ ਬਲੇਅਰ, ਉਹਨਾਂ ਨੇ ਇਸ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਮਾਮਲਾ ਸੈਂਸਿਟਿਵ ਹੋ ਸਕਦਾ ਜੀ। ਹੁਣ ਉਸ ਪੱਤਰਕਾਰ ਦਾ ਨਾਂ ਜਿਹੜਾ ਹੈ ਨਸ਼ਰ ਨਹੀਂ ਕੀਤਾ ਗਿਆ। ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਕਿ ਫਲਾਂ ਹੋ ਸਕਦਾ, ਉਹ ਹੋ ਸਕਦਾ, ਆਹ ਹੋ ਸਕਦਾ, ਵਾਹ ਹੋ ਸਕਦਾ ਜੀ, ਅੰਦਾਜ਼ੇ ਹੀ ਨੇ ਜੀ। ਸੋ ਅੰਦਾਜ਼ਿਆਂ ਦੇ ਆਧਾਰ ਤੇ ਅਸੀਂ ਕੁਝ ਕਹਿ ਤਾਂ ਸਕਦੇ ਨਹੀਂ, ਪਰ ਇੱਕ ਗੱਲ ਤੇ ਬੜੀ ਕਲੀਅਰ ਹੈ ਕਿ ਕਿਧਰੇ ਨਾ ਕਿਧਰੇ ਇਸ ਤਰ੍ਹਾਂ ਏਜੰਸੀਆਂ ਕੰਮ ਕਰ ਰਹੀਆਂ ਕੈਨੇਡਾ ਵਿੱਚ। ਇਹ ਗੱਲ ਤਾਂ ਪਹਿਲਾਂ ਵੀ ਤਸਦੀਕ ਇਸਦੀ ਹੋ ਚੁੱਕੀ ਹੈ, ਸੀਰੀਅਸ ਕਰ ਚੁੱਕੀ ਕਿ ਭਾਰਤ ਤੋਂ ਵੀ ਮੁਦਾਖਲਤ ਹੋ ਰਹੀ ਹੈ ਇੱਥੇ ਜੀ। ਔਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਹੜਾ ਪੱਤਰਕਾਰੀ ਦਾ ਪੇਸ਼ਾ ਹੈ ਉਹ ਇੱਕ ਇਹੋ ਜਿਹਾ ਪੇਸ਼ਾ ਹੈ ਜਿਸ ਦੀ ਆੜ ਹੇਠਾਂ ਜਸੂਸੀ ਦਾ ਕੰਮ ਕਰਨਾ ਥੋੜਾ ਜਿਹਾ ਆਸਾਨ ਹੁੰਦਾ। ਮਤਲਬ ਮਿਸਾਲ ਦੇਣੀ ਚਾਹੁੰਦਾ, ਬੀ ਰਮਨ ਜਿਹੜੇ ਰॉ ਦੇ ਕਿਸੇ ਵੇਲੇ ਅਫਸਰ ਹੁੰਦੇ ਸੀ ਜੀ, ਉਹਨਾਂ ਨੇ ਇੱਕ ਬੜੀ ਚਰਚਿਤ ਪੁਸਤਕ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਗੱਲ ਕਹੀ ਕਿ ਕਿਸੇ ਮੁਲਕ ਵਿੱਚ ਮੈਨੂੰ ਤੈਨਾਤ ਕੀਤਾ ਜਾਣਾ ਸੀ ਬਤੌਰ ਇੱਕ ਪੱਤਰਕਾਰ। ਇੱਕ ਵੱਡੇ ਅਖਬਾਰ ਨਾਲ ਗੱਲ ਵੀ ਹੋ ਗਈ ਸੀ ਕਿ ਮੈਂ ਉਹਨਾਂ ਨਾਲ ਕੋਰਸਪੋਂਡੈਂਟ ਬਣ ਕੇ ਜਾਊਂਗਾ। ਬਾਈ ਚਾਂਸ ਕਿਸੇ ਵਜ੍ਹਾ ਕਰਕੇ ਉਹ ਪ੍ਰੋਗਰਾਮ ਜਿਹੜਾ ਹੈ ਅੱਗੇ ਨਹੀਂ ਜਿਹੜਾ ਹੈ ਸਿਰੇ ਚੜ੍ਹ ਸਕਿਆ, ਪਰ ਕਿਉਂਕਿ ਇਹ ਆਈਡੀਆ ਡਿਸਕਸ ਹੋਇਆ ਔਰ ਉਹਨਾਂ ਨੇ ਇਸ ਦੀ ਤਸਦੀਕ ਕਿਤਾਬ 'ਚ ਕੀਤੀ ਹੈ, ਇੱਕ ਗੱਲ ਤਾਂ ਕਲੀਅਰ ਹੈ ਕਿ ਪੱਤਰਕਾਰੀ ਇੱਕ ਇਹੋ ਜਿਹਾ ਪੇਸ਼ਾ ਜਿਸ ਵਿੱਚ ਤੁਹਾਡੇ ਕੋਲ ਮੌਕਾ ਹੁੰਦਾ ਵੱਡੇ ਵੱਡੇ ਅਫਸਰਾਂ ਨਾਲ ਉੱਠਣ ਬੈਠਣ ਦਾ, ਮਿਲਣ ਗਿਲਣ ਦਾ। ਸੋ ਉਸ ਦੀ ਆੜ ਹੇਠਾਂ ਜਸੂਸੀ ਦਾ ਕੰਮ ਕਰਨਾ ਬਹੁਤ ਜ਼ਿਆਦਾ ਸੌਖਾ। ਤਾਂ ਕਰਕੇ ਪੱਤਰਕਾਰੀ ਦੇ ਪੇਸ਼ੇ ਦੇ ਵਿੱਚ ਜਦੋਂ ਇਹੋ ਜਿਹੀਆਂ ਗੱਲਾਂ ਉੱਠਦੀਆਂ ਤਾਂ ਉਸ ਦੇ ਵਿੱਚ ਇੱਕ ਰੈੱਡ ਫਲੈਗ ਖੜੇ ਹੋਣੇ ਸੁਭਾਵਿਕ ਆ ਜੀ। ਹੁਣ ਅੱਜ ਚੈਨਲ ਪੰਜਾਬੀ ਦੀ ਟੀਮ ਨਾਲ ਸਵੇਰੇ ਮੇਰੀ ਗੱਲਬਾਤ ਦਾ ਮੈਨੂੰ ਮੌਕਾ ਮਿਲਿਆ ਜੀ, ਉਹਦੇ ਵਿੱਚ ਵੀ ਸਵਾਲ ਉੱਠਿਆ ਸੀ ਤੇ ਮੈਂ ਆਪ ਦੱਸਿਆ ਕਿ ਮੈਂ ਬਤੌਰ ਜ਼ਿੰਮੇਵਾਰ ਪੱਤਰਕਾਰ ਜਦੋਂ ਮੈਂ ਪੰਜਾਬ 'ਚ ਕੰਮ ਕਰਦਾ ਸੀ, ਅਸੀਂ ਵੀ ਗਾਏ ਬਗਾਏ IB ਦੇ ਕਿਸੇ ਅਫਸਰ ਨੂੰ ਮਿਲਦੇ ਸੀ ਖਬਰ ਲੈਣ ਵਾਸਤੇ। ਖਬਰ ਲੈਣ ਲਈ ਮਿਲਣਾ ਹੋਰ ਚੀਜ਼ ਹੈ, ਪਰ ਕਿਸੇ ਦਾ ਟੂਲ ਬਣਨਾ, ਉਹਨਾਂ ਦੇ ਹੱਥਾਂ ਦੀ ਕਠਪੁਤਲੀ ਬਣਨਾ, ਉਹਨਾਂ ਦੇ ਮਨਸੂਬਿਆਂ ਨੂੰ ਅੱਗੇ ਵਧਾਉਣਾ, ਇਹ ਇੱਕ ਵੱਖਰਾ ਵਿਸ਼ਾ। ਜੇ ਤੁਸੀਂ ਇਹ ਕਰ ਰਹੇ ਹੋ ਤਾਂ ਮਤਲਬ ਤੁਸੀਂ ਪੱਤਰਕਾਰੀ ਦੇ ਪੇਸ਼ੇ ਨਾਲ ਵੀ ਧਰੋਹ ਕਰ ਰਹੇ ਹੋ। ਸੋ ਇਹਨਾਂ ਗੱਲਾਂ ਤੇ ਗੌਰ ਕਰਨ ਦੀ ਲੋੜ ਹੈ ਕਿ ਉਸ ਦਾ ਜਿਹੜਾ ਸੰਬੰਧ ਹੈ IB ਜਾਂ ਰॉ ਦੇ ਨਾਲ ਕੀ ਸੀਗਾ। ਇਹਦੀ ਜੇ ਹੁਣ ਕੋਈ ਪਬਲਿਕ ਇਨਕੁਆਇਰੀ ਹੋਵੇ ਸ਼ਾਇਦ ਕੋਈ ਗੱਲ ਕਿਸੇ ਕੰਡੇ ਲੱਗੇ। ਕੈਨੇਡਾ ਦੇ ਇਤਿਹਾਸ ਦੇ ਜਾਂ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਇੱਥੇ ਮੂਵਮੈਂਟਸ ਚੱਲੀਆਂ, ਉਸ ਸਮੇਂ ਦੇ ਦੌਰਾਨ ਦੀਆਂ ਕੁਝ ਘਟਨਾਵਾਂ ਅੱਜ ਵੀ ਸ਼ੱਕੀ ਕਿਸਮ ਦਾ ਮਾਹੌਲ ਇਸ ਪੇਸ਼ੇ ਬਾਰੇ ਵੀ ਪੈਦਾ ਕਰਦੀਆਂ, ਜਾਂ ਉਸ ਵੇਲੇ ਦੇ ਜਿਹੜੇ ਅਲੱਗ-ਅਲੱਗ ਤਾਇਨਾਤ ਵਿਅਕਤੀ ਸਨ। ਇੱਕ ਪਿੱਛੇ ਜਿਹੜੀ ਮਲੋਏ ਕ੍ਰਿਸ਼ਨ ਧਰ ਦੀ ਕਿਤਾਬ ਸੀ, ਚਾਹੇ ਉਹ ਓਪਨ ਸੀਕ੍ਰੇਟ, ਉਹਦੇ ਵਿੱਚ ਉਹ ਜਿਸ ਤਰ੍ਹਾਂ ਉਹ ਬਿਆਨ ਕਰ ਰਿਹਾ ਹੈ ਕਿ ਮੈਂ ਇੱਥੇ ਜਿਸ ਹਿਸਾਬ ਦੇ ਨਾਲ ਮਿਲਦਾ ਸੀ ਸਮਾਜਿਕ ਐਕਟਿਵਿਸਟ ਨੂੰ, ਧਾਰਮਿਕ ਸੁਸਾਇਟੀਜ਼ ਦੇ ਵਿੱਚ ਘਰਾਂ 'ਚ ਜਾ ਕੇ ਇੱਥੋਂ ਦੇ ਮੀਡੀਆ ਦੇ ਆਗੂਆਂ ਨੂੰ ਮੈਂ ਕਿਸ ਤਰੀਕੇ ਨਾਲ ਗੱਲਬਾਤ ਕਰਦਾ ਸੀ, ਅਤੇ ਉਸ ਦੇ ਨਾਲ ਮੈਂ ਸਿੱਧੇ ਤੌਰ 'ਤੇ ਕੈਨੇਡੀਅਨ ਸਿਸਟਮ ਜਾਂ ਇੱਥੋਂ ਦੀ ਜਿਹੜੀ ਪੋਲੀਟੀਕਲ ਸਿਸਟਮ ਦੇ ਨਾਲ ਜੁੜਿਆ ਹੋਇਆ ਸੀ, ਅਤੇ ਫਿਰ ਮੈਂ ਉਹ ਰਿਪੋਰਟ ਡੇ ਬਾਈ ਡੇ ਜਿਸ ਤਰ੍ਹਾਂ ਇਕੱਠੀ ਕਰਦਾ ਸੀ। ਅਤੇ ਉਹਨੇ ਇਹ ਵੀ ਕਿਹਾ ਕਿ ਇਸ ਲਈ ਮੈਂ ਪੰਜਾਬੀ ਜ਼ੁਬਾਨ ਵੀ ਸਿੱਖੀ, ਇਸ ਲਈ ਮੈਂ ਈਵਨ ਕਿ ਸ਼ਬਦ ਗਾਉਣਾ ਵੀ ਸਿੱਖਿਆ। ਉਹ ਆਪਣੀ ਕਿਤਾਬ 'ਚ ਸਾਰਾ ਕੁਛ ਲਿਖਦਾ, ਅਤੇ ਨਾਲ ਇਹ ਲਿਖਦਾ ਕਿ ਜਿਹੜੀ ਇਹ ਏਅਰ ਇੰਡੀਆ ਡਿਜ਼ਾਸਟਰ ਤੋਂ ਪਹਿਲਾਂ ਜੋ ਕੁਛ ਹੋਇਆ ਉਹਦੇ ਬਾਰੇ ਬਰੀਕੀ ਦੇ ਨਾਲ ਮੈਂ ਨਾਲੋਂ ਨਾਲ ਚੱਲ ਰਿਹਾ ਸੀ। ਹੁਣ ਇੱਕ ਤਾਂ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਇਹਨਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ, ਇਹ ਤਾਂ ਉਹਨਾਂ ਦੇ ਵੱਲੋਂ ਤਾਇਨਾਤ ਕੀਤੇ ਨੇ, ਪਰ ਇਹਨਾਂ ਦਾ ਇਕੱਲਿਆਂ ਦਾ ਕੰਮ ਕੁਛ ਨਹੀਂ ਹੋ ਸਕਦਾ। ਇਹਨਾਂ ਦੇ ਨਾਲ ਇੱਕ ਟੀਮ ਜਿਹੜੀ ਕਿ ਅਣਐਲਾਨੇ ਉਹਨਾਂ ਵਿਅਕਤੀਆਂ ਦੀ ਹੈ ਜਿਹੜੇ ਸਮਾਜ 'ਚ ਵਿਚਰਦੇ ਨੇ ਪਰ ਭੁਗਤਦੇ ਨੇ ਏਜੰਸੀਆਂ ਦੇ ਹੱਕ ਦੇ ਵਿੱਚ। ਉਹ ਟੀਮ ਜਿਹੜੀ ਹੈ ਉਹ ਬੜੀ ਖਤਰਨਾਕ ਹੈ, ਅਤੇ ਪਿਛਲੇ 35-40 ਸਾਲ ਤੋਂ ਇਹਦਾ ਅਸਰ ਜ਼ਿਆਦਾ ਵਧਿਆ। ਵੇਖੋ ਗੱਲ ਇਸ ਤਰ੍ਹਾਂ ਕਿ ਅਸੀਂ ਥੋੜ੍ਹੀ ਤਾਜ਼ਾ ਮਿਸਾਲ ਲੈ ਲੈਂਦੇ ਜੀ। ਜਰਮਨੀ ਵਿੱਚ ਤੁਹਾਨੂੰ ਪਤਾ ਕਿ ਮੀਆਂ ਬੀਬੀ ਜਿਹੜੇ ਨੇ ਸਿੱਖ ਪਿਛੋਕੜ ਵਾਲੇ ਜੀ, ਉਹਨੂੰ ਸਜ਼ਾਵਾਂ ਹੋਈਆਂ। ਬਿਲਕੁਲ, ਉਹ ਜਸੂਸੀ ਕਰ ਰਹੇ ਸੀ, ਚਲਾ ਉਹ ਵੀ ਅਖਬਾਰ ਰਹੇ ਸੀ। ਮੇਰਾ ਮਤਲਬ ਕਹਿਣ ਦਾ ਕਿ ਇੱਕ ਅਖਬਾਰ ਦਾ ਇੱਕ ਪੇਸ਼ਾ ਇਹੋ ਜਿਹਾ ਜਿਸ ਦੀ ਆੜ ਹੇਠਾਂ ਜਸੂਸੀ ਕਰਨਾ ਇਹ ਕੋਈ ਨਵੀਂ ਗੱਲ ਨਹੀਂ ਜੀ, ਇਹ ਬੜਾ ਚਿਰ ਤੋਂ ਕੰਮ ਚੱਲਦਾ ਆ ਰਿਹਾ। ਕਿਉਂਕਿ ਜਦੋਂ ਤੁਸੀਂ ਅਖਬਾਰ ਕੱਢਦੇ ਹੋ ਜਾਂ ਪੱਤਰਕਾਰ ਹੋਣ ਦੇ ਨਾਤੇ ਲੋਕਾਂ ਨੂੰ ਮਿਲਦੇ ਹੋ
ਤਾਂ ਸੁਭਾਵਕ ਹਰ ਵਿਅਕਤੀ ਕਹੂਗਾ ਕਿ ਪੱਤਰਕਾਰ ਦਾ ਕੰਮ ਹੈ ਹਰ ਇੱਕ ਨੂੰ ਮਿਲਣਾ, ਹਰ ਇੱਕ ਨਾਲ ਉੱਠਣਾ ਬੈਠਣਾ। ਉਹਦੇ ਵਿੱਚੋਂ ਤੁਸੀਂ ਨੈਟਵਰਕਿੰਗ ਵੀ ਕਰਦੇ ਹੋ, ਕੋਈ ਉਸ ਨੂੰ ਯੂਜ਼ ਕਰ ਰਿਹਾ ਕਿਸੇ ਲੈਵਲ ਦੇ ਉੱਤੇ, ਜਾਂ ਪੱਤਰਕਾਰ ਖੁਦ ਆਪਣੀ ਜ਼ਮੀਰ ਵੇਚ ਕੇ ਉਸ ਚੀਜ਼ਾਂ ਦਾ ਇੱਕ ਹਿੱਸਾ ਬਣਿਆ ਹੋਇਆ, ਇਹ ਗੱਲਾਂ ਧਿਆਨ ਮੰਗਦੀਆਂ। ਰੂਟੀਨ ਦੇ ਵਿੱਚ ਤੁਸੀਂ ਕਿਸੇ ਨੂੰ ਮਿਲਦੇ ਹੋ ਖਬਰਾਂ ਲੈਣ ਵਾਸਤੇ, ਉਹ ਗੱਲ ਵੱਖਰੀ ਹੈ। ਹੁਣ ਮੈਂ ਤੁਹਾਨੂੰ ਜਿਵੇਂ ਮਿਸਾਲ ਦਿੱਤੀ ਸੀ ਕਿ ਇੱਕ ਦਿਲਚਸਪ ਗੱਲ, ਮੈਂ ਪਹਿਲੀ ਵਾਰੀ ਇਸ ਦਾ ਖੁਲਾਸਾ ਕਰ ਰਿਹਾ, ਔਰ ਉਹ ਵੀ ਬੜੀ ਜ਼ਿੰਮੇਵਾਰੀ ਦੇ ਨਾਲ। ਜਦੋਂ ਮੇਰੀ ਰੋਪੜ ਪੋਸਟਿੰਗ ਸੀ, ਅੱਜ ਮੈਨੂੰ ਕਹਿਣਾ ਪੈ ਰਿਹਾ, ਉਹਦੇ ਇੱਕ SSP ਹੁੰਦੇ ਸੀਗੇ, ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਕਿ ਤੇਰੇ ਕੰਮਾਂ ਦੀ ਦਿਲਚਸਪੀ ਵੇਖ ਕੇ ਮੈਂ ਸੋਚਦਾ ਕਿ ਤੂੰ ਇੰਡੀਆ ਦੇ ਲਈ, ਸਾਡੇ ਮੁਲਕ ਲਈ ਵਧੀਆ ਕੰਮ ਕਰ ਸਕਦਾ, ਤੇ ਤੂੰ ਇਹਦੇ ਬਾਰੇ ਸੋਚੀ। ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ? ਕਹਿੰਦਾ ਕਿ ਤੂੰ ਰॉ ਲਈ ਕੰਮ ਕਰ, ਜਿਵੇਂ ਕਈ ਹੋਰ ਪੱਤਰਕਾਰ ਵੀ ਕਰਦੇ ਆ। ਮੈਂ ਕਿਹਾ ਨਹੀਂ ਜਨਾਬ, ਮੈਂ ਆਪਣਾ ਜਿਹੜਾ ਪੱਤਰਕਾਰੀ ਦਾ ਪੇਸ਼ਾ ਉਸ ਵਿੱਚ ਬੜਾ ਖੁਸ਼ ਹਾਂ, ਮੈਨੂੰ ਕੁਝ ਕਰਨ ਦੀ ਲੋੜ ਨਹੀਂ, ਤੇ ਜੇ ਮੈਂ ਦੇਸ਼ ਭਗਤੀ ਵੀ ਕਰਨੀ ਹੋਵੇ ਮੈਂ ਪੱਤਰਕਾਰੀ ਦੇ ਦਾਇਰੇ 'ਚ ਰਹਿ ਕੇ ਵੀ ਕਰ ਸਕਦਾ। ਕੋਈ ਜ਼ਰੂਰੀ ਨਹੀਂ ਕਿ ਦੇਸ਼ ਭਗਤ ਹੋਣ ਲਈ ਰॉ ਦੇ ਲਈ ਕੰਮ ਕੀਤਾ ਜਾਵੇ। ਮੈਂ ਫਿਰ ਇਹ ਬਕਾਇਦਾ ਮਾਮਲਾ ਆਪਣੇ ਐਡੀਟਰ ਕੰਵਰ ਸੰਧੂ ਦੇ ਧਿਆਨ 'ਚ ਲੈ ਕੇ ਆਇਆ। ਸੰਧੂ ਸਾਹਿਬ ਨੇ ਬਹੁਤ ਗੰਭੀਰਤਾ ਨਾਲ ਮੇਰੀ ਗੱਲ ਸੁਣੀ। ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਇਗਨੋਰ ਕਰ ਦੇ, ਆਪਣੇ ਕੰਮ ਵੱਲ ਧਿਆਨ ਦੇ, ਤੂੰ ਚੰਗਾ ਕੀਤਾ ਮੈਨੂੰ ਦੱਸ ਦਿੱਤਾ, ਪਰ ਮੈਂ ਧਿਆਨ 'ਚ ਰੱਖੂੰਗਾ। ਮੇਰਾ ਮਤਲਬ ਕਹਿਣ ਦਾ ਕਿ ਪੱਤਰਕਾਰਾਂ ਦੇ ਵਿੱਚ ਵੀ ਇੱਕ ਲਾਣਾ ਹੈ ਜਿਹੜਾ ਕਿ ਏਜੰਸੀਆਂ ਲਈ ਕੰਮ ਕਰ ਰਿਹਾ, ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ। ਪਹਿਲੀ ਗੱਲ। ਦੂਜੀ ਗੱਲ, ਜਦੋਂ ਮੈਂ ਫਿਰੋਜ਼ਪੁਰ ਪੋਸਟਡ ਸੀਗਾ ਟ੍ਰਿਬਿਊਨ ਦੇ ਨਾਲ, IB ਦਾ ਦਫ਼ਤਰ ਸੀ ਉੱਥੇ, ਇੱਕ ਵਾਰੀ ਮੈਂ ਉੱਥੇ ਖਬਰ ਲੈਣ ਗਿਆ ਕਿਸੇ ਮੁੱਦੇ ਤੇ, ਉਹ ਸੀਗੀ ਕਿ ਬਾਰਡਰ ਦੇ ਉੱਤੇ ਕਿਸ ਤਰ੍ਹਾਂ ਦੀ ਗਤੀਵਿਧੀਆਂ ਚੱਲ ਰਹੀਆਂ, ਤੇ ਜਿਹੜੇ ਵੀ IB ਦੇ ਅਫਸਰ ਦੇ ਨਾਲ ਮੇਰੀ ਗੱਲ ਹੋਈ, ਉਹਨੇ ਕਿਹਾ ਵੀ ਉਹਦਾ ਨਾਂ ਨਹੀਂ ਦੇਣਾ। ਮੈਂ ਖਬਰ ਇਹ ਦਿੱਤੀ ਸੀ ਕਿ IB ਦੇ ਸੂਤਰਾਂ ਨੇ ਦੱਸਿਆ, ਨਾਂ ਨਹੀਂ ਦਿੱਤਾ, IB ਦੇ ਸੂਤਰਾਂ ਨੇ, ਕਿਉਂਕਿ ਖਬਰ ਜਦੋਂ ਤੁਸੀਂ ਦਿੰਦੇ ਹੋ ਇਹ ਤਾਂ ਤੁਹਾਨੂੰ ਦੱਸਣਾ ਪਊਗਾ ਨਾ ਕਿਹੜੀ ਏਜੰਸੀ ਦੇ ਹਵਾਲੇ ਨਾਲ ਦੇ ਰਹੇ। ਇੰਨੀ ਗੱਲ ਦੇ ਪਿੱਛੇ ਉਸ ਅਫਸਰ ਦੀ ਬਦਲੀ ਹੋਈ ਹੈ ਕਿ IB ਦਾ ਨਾਂ ਕਿਉਂ ਆਇਆ। ਹੁਣ ਇੱਕ ਰੁਝਾਨ ਬਣ ਗਿਆ ਕਿ IB ਜਾਂ ਰॉ ਵਾਲੇ ਚਾਹੁੰਦੇ ਨੇ ਕਿ ਸਾਡੇ ਕੋਲੋਂ ਜਾਣਕਾਰੀ ਨਾ ਲਓ ਇਕੱਲਿਆਂ, ਸਗੋਂ ਸਾਡੇ ਹੱਥਾਂ ਦੀ ਕਠਪੁਤਲੀ ਬਣੋ। ਇਹ ਐਟੀਟਿਊਡ ਆ। ਇੱਕ ਮਿਸਾਲ ਮੈਂ ਤੁਹਾਨੂੰ ਹੋਰ ਦਊਂਗਾ। ਉਹ ਕੀ ਹੋਇਆ ਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਉੱਥੋਂ ਦਾ ਜਿਹਨੂੰ ਕਹਿ ਸਕਦੇ ਹਾਂ ਸਰਕਿਟ ਹਾਊਸ ਜਾਂ ਸਰਕਾਰੀ ਗੈਸਟ ਹਾਊਸ, ਉੱਥੇ ਕੀ ਹੋਇਆ, ਪਾਕਿਸਤਾਨ ਤੋਂ ਡਰੇਨੇਜ ਮਹਿਕਮੇ ਦੇ ਕੁਝ ਮੁਲਾਜ਼ਮ ਆਏ ਹੋਏ ਸੀ, ਜਿਹੜੀ ਦੋਨਾਂ ਮੁਲਕਾਂ ਦੇ ਵਿਚਾਲੇ ਇੰਡਸ ਵਾਟਰ ਟ੍ਰੀਟੀ ਹੋਈ ਹੈ। ਉਹ ਕੀ ਕਰਦੇ, ਹਰ ਵੇਲੇ ਕਦੇ ਉੱਥੋਂ ਇੱਧਰੋਂ ਜਾਂ ਇੱਧਰੋਂ ਉੱਥੇ ਨਹਿਰੀ ਮਹਿਕਮੇ ਦੇ ਅਫਸਰ ਜਾ ਕੇ ਨਹਿਰਾਂ ਦਾ ਨਿਰੀਖਣ ਕਰਦੇ ਕਿ ਵੀ ਪਾਣੀ ਦਾ ਜਿਹੜਾ ਕਿੱਦਾਂ ਹੋ ਰਿਹਾ ਨਿਕਾਸ, ਕਿ ਪਾਣੀ ਜਿਹੜਾ ਸਾਡੇ ਹਿੱਸੇ ਦਾ ਬਣਦਾ ਉੱਧਰੋਂ ਆ ਰਿਹਾ ਨਹੀਂ ਆ ਰਿਹਾ। ਉਹ ਆਪਣਾ ਜਿਹੜਾ ਉਸ ਮਿਸ਼ਨ ਤੇ ਆਏ ਸੀ, ਉਹਨਾਂ ਨੂੰ ਉੱਥੇ ਬਿਠਾ ਲਿਆ ਗਿਆ। ਮੈਨੂੰ ਕਿਸੇ ਪਾਸਿਓਂ ਸੂਹ ਮਿਲੀ ਕਿ ਵੀ ਉਹ ਬੰਦੇ ਇੱਥੇ ਡੱਕੇ ਹੋਏ ਆ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਮੈਂ ਆਪਣਾ ਮੋਟਰਸਾਈਕਲ ਚੱਕਿਆ, ਮੈਂ ਚਲਾ ਗਿਆ, ਉੱਥੇ ਜਾ ਕੇ ਮਿਲਿਆ। ਉਹ ਪਾਕਿਸਤਾਨੀ ਅਫਸਰ ਮੈਨੂੰ ਕਹਿੰਦੇ ਕਿ ਸਾਨੂੰ ਰੋਕਿਆ ਹੋਇਆ, ਆ ਤੁਹਾਡੇ ਇੰਟੈਲੀਜੈਂਸ ਦੇ ਅਫਸਰ ਬੈਠੇ ਆ, ਇਹ ਸਾਨੂੰ ਬਾਹਰ ਨਹੀਂ ਜਾਣ ਦੇ ਰਹੇ, ਅਸੀਂ ਜਾ ਕੇ ਪ੍ਰੋਟੈਸਟ ਲੌਜ ਕਰਾਂਗੇ ਕਿ ਅਸੀਂ ਇੱਕ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਇੱਥੇ ਆਏ ਹਾਂ, ਸਾਨੂੰ ਸਾਡੀ ਡਿਊਟੀ ਕਰਨ ਤੋਂ ਰੋਕਿਆ ਜਾ ਰਿਹਾ, ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾ ਰਿਹਾ ਕਿ ਅਸੀਂ ਜਸੂਸੀ ਕਰਾਂਗੇ। ਤੇ ਨਹਿਰਾਂ ਦੇ ਬਾਰੇ ਤਾਂ ਮਾਫ ਕਰਨਾ, ਉਹ ਕਹਿੰਦੇ ਜਾਣਕਾਰੀ ਤਾਂ ਇੰਟਰਨੈਟ ਤੋਂ ਮਿਲ ਜਾਂਦੀ, ਜਿਹੜੇ ਉੱਪਰੋਂ ਸੈਟਲਾਈਟ ਤੋਂ ਮਿਲ ਜਾਂਦੀ। ਸੋ ਉਹ ਜਦੋਂ ਮੈਂ ਉਹਨਾਂ ਦੀ ਗੱਲ ਸੁਣ ਕੇ ਨੋਟਸ ਲੈ ਕੇ ਨਿਕਲਣ ਲੱਗਾ, ਤੇ ਇੰਟੈਲੀਜੈਂਸ ਅਫਸਰ ਮੈਨੂੰ ਕਹਿੰਦਾ ਕਿ ਤੁਸੀਂ ਖਬਰ ਲਾਇਓ ਨਾ। ਮੈਂ ਕਿਹਾ ਕਿਹੜੀ ਗੱਲੋਂ? ਕਹਿੰਦਾ ਇਹ ਖਬਰ ਤੁਸੀਂ ਲਾਓਗੇ ਤੇ ਸਾਡੇ ਮਨ 'ਚ ਤੁਹਾਡੇ ਵਾਸਤੇ ਇੱਜ਼ਤ ਨਹੀਂ ਰਹੂਗੀ, ਤੁਸੀਂ ਇਹ ਦੇਸ਼ ਵਿਰੋਧੀ ਕਾਰਵਾਈ ਹੋਏਗੀ। ਮੈਂ ਕਿਹਾ ਜੇ ਤੁਹਾਡੇ ਕੋਲ ਤੌਖਲਾ ਆ, ਤੁਸੀਂ ਟ੍ਰਿਬਿਊਨ ਨਾਲ ਸਿੱਧੀ ਗੱਲ ਕਰ ਲਓ, ਮੈਂ ਆਪਣਾ ਕੰਮ ਕਰੂੰਗਾ। ਮੈਂ ਖਬਰ ਭੇਜੀ ਔਰ ਖਬਰ ਲੱਗ ਵੀ ਗਈ, ਪਰ ਧਮਕੀ ਜਿਹੜੀ ਸੀ ਬੜੀ ਮਤਲਬ ਜਿਸ ਤਰ੍ਹਾਂ ਦਿੱਤੀ ਗਈ, ਤੁਸੀਂ ਇਸ ਬਾਰੇ ਧਿਆਨ ਦਿਓ। ਇਸੇ ਤਰ੍ਹਾਂ ਇੱਕ ਇਨਸੀਡੈਂਟ ਹੋਰ ਹੁੰਦਾ, ਪਰ ਉਹਦੇ 'ਚ ਖੈਰ IB ਤੇ ਰॉ ਵਾਲੇ ਤੇ ਇਨਵੋਲਵ ਨਹੀਂ ਸੀਗੇ, ਪਰ ਪੁਲਿਸ ਦਾ CID ਮਹਿਕਮਾ ਇਨਵੋਲਵ ਸੀ। ਉਹ ਇਹ ਹੋਇਆ ਕਿ ਜਦੋਂ ਮੈਂ ਇੰਡੀਅਨ ਐਕਸਪ੍ਰੈਸ ਦੇ ਨਾਲ ਸੀ, ਮੋਹਾਲੀ ਇੰਡੀਆ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ। ਜਿਹੜੇ ਪਾਕਿਸਤਾਨ ਤੋਂ ਲੋਕ ਵੇਖਣ ਲਈ ਆਏ, ਉਹਨਾਂ ਨੂੰ ਜ਼ਲੀਲ ਕੀਤਾ ਗਿਆ, ਨਾ ਰਹਿਣ ਦਾ ਪ੍ਰਬੰਧ। ਫਿਰ ਉਹਨਾਂ ਨੂੰ ਕਿਹਾ ਗਿਆ ਤੁਸੀਂ ਰਜਿਸਟ੍ਰੇਸ਼ਨ ਕਰਾਓ ਆਪਣੀ। ਸਟੇਡੀਅਮ ਦੇ ਬਾਹਰ ਕਿਹਾ ਗਿਆ ਕਿ ਤੁਸੀਂ ਪਹਿਲਾਂ ਜਾਓ ਰੋਪੜ ਹੈੱਡਕੁਆਟਰ, ਫਿਰ ਵਾਪਸ ਆਓ। ਰੋਪੜ ਗਏ, ਉਹਨਾਂ ਨੂੰ ਕਿਹਾ ਗਿਆ ਨਹੀਂ ਚੰਡੀਗੜ੍ਹ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਨੇ। ਮਤਲਬ ਉਹਨਾਂ ਨਾਲ ਜਿਹੜੀ ਕੁੱਤੇ ਖਾਣੀ ਉੱਥੇ ਹੋਈ ਹੈ। ਜਦੋਂ ਮੈਂ ਉਹ ਖਬਰ ਕੀਤੀ ਤਾਂ ਇੱਕ CID ਦਾ ਅਫਸਰ ਸੀਗਾ, ਉਹ ਕੁਝ ਸਮੇਂ ਬਾਅਦ ਮੈਨੂੰ ਰੋਪੜ ਕਿਸੇ ਇਵੈਂਟ ਤੇ ਟੱਕਰਦਾ ਤੇ ਕਹਿੰਦਾ ਤੂੰ ਉਹ ਖਬਰ ਦਿੱਤੀ ਸੀ, ਤੂੰ ਸਾਡੇ ਦੇਸ਼ ਦੀ ਬੇਇੱਜ਼ਤੀ ਕਰਾਈ ਹੈ। ਮੈਂ ਕਿਹਾ ਬੇਇੱਜ਼ਤੀ ਮੈਂ ਨਹੀਂ ਕਰਾਈ, ਬੇਇੱਜ਼ਤੀ ਤੁਸੀਂ ਕਰਾਈ ਹੈ, ਤੁਹਾਡੇ ਮਹਿਮਾਨ ਸੀਗੇ, ਤੁਸੀਂ ਸਹੀ ਤਰੀਕੇ ਨਾਲ ਸੇਵਾ ਨਹੀਂ ਦੇ ਸਕੇ, ਸੋ ਤੁਸੀਂ ਬੇਇੱਜ਼ਤੀ ਕਰਾਈ ਹੈ ਮੁਲਕ ਦੀ। ਮੈਂ ਤਾਂ ਸਿਰਫ ਤੁਹਾਨੂੰ ਸ਼ੀਸ਼ਾ ਵਿਖਾਇਆ। ਮੇਰਾ ਕਹਿਣ ਦਾ ਮਤਲਬ ਕਿ ਇਹ ਜਿਹੜੀ ਦਖਲਅੰਦਾਜ਼ੀ ਹੈ, ਕਿਉਂਕਿ ਇਹ ਸੋਚਦੇ ਕਿ ਪੱਤਰਕਾਰ ਜਿਹੜਾ ਨੈਸ਼ਨਲ ਇੰਟਰਸਟ 'ਚ ਕੰਮ ਕਰੇ ਜਾਂ ਸਾਡੇ ਇੰਟਰਸਟ 'ਚ ਕੰਮ ਕਰੇ, ਸਾਡੇ ਹਿਸਾਬ ਨਾਲ ਕੰਮ ਕਰੇ। ਅਸੀਂ ਜੇ ਤੁਹਾਡੇ ਕੋਲੋਂ ਖਬਰ ਲੈਣਾ ਚਾਹੁੰਦੇ ਹਾਂ ਤੇ ਉਹਦਾ ਮਤਲਬ ਹੈ ਸਾਡਾ ਮਕਸਦ ਹੈ ਕਿ ਅਸੀਂ ਪੁਲਿਸ ਵਾਲਿਆਂ ਤੋਂ ਵੀ ਖਬਰ ਲੈਂਦੇ ਹਾਂ, ਏਜੰਸੀਆਂ ਤੋਂ ਵੀ ਲੈ ਸਕਦੇ ਹਾਂ, ਈਵਨ ਜਿਹੜੇ ਮਿਲੀਟੈਂਟ ਬੈਠੇ ਬਾਹਰ, ਜਿਹੜੇ ਮੁਖਤਾਰ ਤੋਂ ਬਾਹਰ, ਉਹਨਾਂ ਨਾਲ ਵੀ ਇੰਟਰਵਿਊ ਕਰਨ ਦਾ ਸਾਨੂੰ ਹੱਕ ਆ। ਸਾਡਾ ਪੇਸ਼ਾ ਇਹੋ ਜਿਹਾ। ਪਰ ਜਿਹੜੇ ਲੋਕ ਆਪਣੀ ਜ਼ਮੀਰ ਵੇਚ ਕੇ ਇਹਨਾਂ ਦੇ ਹੱਥਾਂ ਦੇ ਵਿੱਚ ਖੇਡਦੇ ਆ, ਉੱਥੇ ਗੜਬੜ ਆ।
ਸੋ ਪੱਤਰਕਾਰੀ ਦੇ ਪੇਸ਼ੇ ਨੂੰ ਕਿਵੇਂ ਯੂਜ਼ ਕੀਤਾ ਜਾ ਰਿਹਾ, ਮੈਂ ਉਸ ਵੱਲ ਤੁਹਾਡਾ ਧਿਆਨ ਦਿਵਾਉਣ ਦੇ ਲਈ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਮੈਂ ਕੁਝ ਆਪਣੀ ਗੱਲਾਂ ਬਾਹਰ ਚਲਾ ਗਿਆ ਹੋਵਾਂ ਦਾਇਰੇ ਤੋਂ, ਪਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਤੁਹਾਡੀ ਗੱਲਾਂ ਦਾ ਜਵਾਬ ਦੇ ਜਿਹੜਾ ਸਵਾਲ ਦਾ ਤੁਸੀਂ ਉੱਤਰ ਦਿੱਤਾ ਉਹ ਬਹੁਤ ਹੀ ਵਿਸਥਾਰ ਤੇ ਬੜੇ ਭਾਵਪੂਰਤ ਢੰਗ ਦੇ ਨਾਲ, ਖਾਸ ਕਰਕੇ ਤਜਰਬਿਆਂ ਦੇ ਵਿੱਚੋਂ ਦੀ ਤੁਸੀਂ ਦੱਸਿਆ ਕਿ ਕਿਸ ਕਿਸਮ ਦੇ ਮਾਹੌਲ ਦੇ ਵਿੱਚੋਂ ਦੀ ਪੱਤਰਕਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਜੁੜ ਜਾਏ ਜਾਂ ਉਹਨਾਂ ਦੇ ਅਧੀਨ ਕੰਮ ਕਰੇ, ਜਾਂ ਡਰਾਇਆ ਧਮਕਾਇਆ, ਸਾਮ-ਦਾਮ ਦੰਡ ਭੇਦ ਹਰ ਤਰ੍ਹਾਂ ਦਾ ਤਰੀਕਾ ਵਰਤਿਆ ਜਾਂਦਾ ਹੈ। ਹੁਣ ਜਿਹੜੀ ਇਹ ਘਟਨਾ ਜਾਂ ਜਿਸ ਤਰ੍ਹਾਂ ਦੇ ਵਰਤਾਰੇ ਦੇ ਬਾਰੇ ਇਸ ਗਲੋਬਲ ਨਿਊਜ਼ BC ਨੇ ਲਿਖਿਆ, ਉਸ ਦੇ ਵਿੱਚ ਉਹਨਾਂ ਨੇ 2-3 ਵੇਰਵੇ ਦਿੱਤੇ ਨੇ। ਇੱਕ ਤਾਂ ਇਹ ਲਿਖਿਆ ਕਿ ਇਸ ਪੱਤਰਕਾਰ ਦਾ ਜਿਹੜਾ ਇੰਡੀਆ ਦੇ ਵਿੱਚ ਉਹ ਐਡੀਟਰ ਇਨ ਚੀਫ ਆ। ਦੂਸਰਾ ਇਹ ਹੈ ਕਿ ਇੱਥੇ ਇਸ ਦਾ ਇੱਕ ਬੱਚਾ ਤੇ ਪਤਨੀ ਜਿਹੜੇ ਆ ਇੱਥੋਂ ਦੇ ਕੈਨੇਡੀਅਨ ਨਾਗਰਿਕ ਹਨ। ਤੀਸਰਾ ਇਹ ਹੈ ਕਿ ਇਹ ਆਉਂਦਾ ਜਾਂਦਾ ਲਗਾਤਾਰ ਇੱਥੇ ਤਾਂ ਹੈ ਹੀ ਆ, ਪਰ ਇਹਨੇ PR ਵਾਸਤੇ ਅਪਲਾਈ ਕੀਤਾ ਤੇ ਉਸ ਦੇ ਦੌਰਾਨ ਹੀ ਇਮੀਗ੍ਰੇਸ਼ਨ ਵਿਭਾਗ ਨੇ ਇਹਨੂੰ PR ਦੇਣ ਤੋਂ ਇਸ ਕਰਕੇ ਨਾ ਕਰ ਦਿੱਤੀ ਕਿ ਇਹ ਇੰਡੀਅਨ ਇੰਟੈਲੀਜੈਂਸੀ ਲਈ ਕੰਮ ਕਰਕੇ ਕੈਨੇਡੀਅਨ ਪੋਲੀਟੀਸ਼ੀਅਨ ਨੂੰ ਉਹਨਾਂ ਦੇ ਹੱਕ ਦੇ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਹ ਜਿਹੜੀ ਗੱਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਕਿ ਉਹ ਵਿਅਕਤੀ ਇਕੱਲਾ ਕੇਵਲ ਤੇ ਕੇਵਲ ਇੱਕ ਦਾਇਰੇ ਦੇ ਵਿੱਚ ਰਹਿ ਕੇ ਤਾਂ ਕੁਝ ਨਹੀਂ ਕਰ ਰਿਹਾ। ਜੇ ਉਹ ਐਸਾ ਕਰ ਰਿਹਾ ਤੇ ਉਹਦੇ ਲਿੰਕ ਵੀ ਹੋਣਗੇ ਸੋਸਾਇਟੀ ਦੇ ਵਿੱਚ ਵੀ ਜਿੱਥੇ ਜਿੱਥੇ ਵਿਚਰਿਆ। ਤੇ ਹੋ ਸਕਦਾ ਅੱਜ ਜਦੋਂ ਅਸੀਂ ਕਰੋਨਾ ਵਾਇਰਸ ਦੀ ਗੱਲ ਕਰਦੇ ਹਾਂ, ਕੋਵਿਡ ਦੀ ਗੱਲ ਕਰਦੇ ਹਾਂ, ਕਹਿੰਦੇ ਆ ਵੀ ਮਾਸਕ ਪਾ ਕੇ ਰੱਖੋ, ਦਸਤਾਨੇ ਪਾ ਕੇ ਰੱਖੋ, ਕਿਉਂ? ਇੱਕ ਤੋਂ ਕਿਸੇ ਨੂੰ ਲਾਗ ਲੱਗ ਗਈ ਤਾਂ ਇਹ ਫੈਲਦੀ ਕਿੱਥੇ ਫੈਲ ਜੂ। ਇਹ ਆਪਣੇ ਆਪ ਦੇ ਵਿੱਚ ਉਸੇ ਤਰ੍ਹਾਂ ਦਾ ਵਾਇਰਸ ਹੈ ਕਿ ਇਹ ਕਿਤੇ ਛੋਟਾ ਤਾਂ ਨਹੀਂ, ਇਹ ਵੀ ਕਿਵੇਂ ਫੈਲਿਆ ਜਾਂ ਕਿੰਨਾ ਨਾਲ ਫੈਲਿਆ ਹੋਣਾ, ਇਹ ਬੜਾ ਖਤਰਨਾਕ ਰੁਝਾਨ ਹੈ। ਦੇਖੋ ਗੁਰਿੰਦਰ ਸਿੰਘ ਜੀ, ਗੱਲ ਇੱਕ ਹੋਰ ਆ, ਜਿਹੜਾ ਇਹ ਕਿੱਸਾ ਸਾਹਮਣੇ ਆ ਗਿਆ ਇਹਦੀ ਅਸੀਂ ਚਰਚਾ ਕਰ ਰਹੇ ਹਾਂ ਜੀ। ਮੈਨੂੰ ਨਹੀਂ ਪਤਾ ਇਸ ਕਿੱਸੇ ਦੀ ਉਮਰ ਕਿੰਨੀ ਕੁ ਹੈ। ਹਾਂਜੀ, ਕਿਉਂਕਿ ਅੱਗੇ ਵੀ ਕਿੱਸੇ ਕਈ ਆਏ, ਜਦੋਂ ਟਰੂਡੋ ਦੀ ਫੇਰੀ ਜਦੋਂ ਭਾਰਤ ਵਿੱਚ ਸੀਗੀ, ਵਾਦਗ੍ਰਸਤ ਰਹੀ, ਕਿਸ ਤਰ੍ਹਾਂ ਦੇ ਲੋਕ ਉੱਥੇ ਗਏ, ਇੱਥੋਂ ਗਏ, ਉਹਨਾਂ ਦੀਆਂ ਫੋਟੋਆਂ ਬਾਹਰ ਆਈਆਂ, ਉਹਨੂੰ ਲੈ ਕੇ ਕਿੰਤੂ ਪਰੰਤੂ ਹੋਇਆ। ਉਸ ਕਿਸੇ ਨੂੰ ਦੁਹਰਾਉਣ ਦੀ ਲੋੜ ਨਹੀਂ, ਅਸੀਂ ਲੰਮੀਆਂ ਚੌੜੀਆਂ ਗੱਲਾਂ ਕਰ ਚੁੱਕੇ ਹਾਂ। ਅਫਸੋਸ ਦੀ ਗੱਲ ਹੈ ਕਿ ਇਹ ਕਿੱਸਾ ਸਾਹਮਣੇ ਆਇਆ, ਹੋ ਸਕਦਾ 1-2 ਦਿਨਾਂ ਤੱਕ ਇਹ ਕਿੱਸਾ ਦਮ ਤੋੜ ਜਾਵੇ। ਇਹ ਮੇਰਾ ਖਦਸ਼ਾ ਹੈ, ਕਿਉਂਕਿ ਪਹਿਲੋਂ ਵੀ ਤਜਰਬੇ ਸਾਡੇ ਇਹੋ ਜਿਹੇ ਰਹੇ ਆ। ਮੈਂ ਇੱਥੇ ਕਹਿਣਾ ਚਾਹੁੰਦਾ ਕਿ ਆਹ ਜਿਹੜਾ ਕਿੱਸਾ ਹੈ ਇਹਨੂੰ ਇੱਕ ਇਕੱਲਾ ਕਿੱਸਾ ਮੰਨ ਕੇ ਨਾ ਵੇਖਿਆ ਜਾਵੇ, ਇਹਨੂੰ ਵੇਖਿਆ ਜਾਵੇ ਇੱਕ ਟਿਪ ਆਫ ਦਾ ਆਈਸਬਰਗ ਵਾਂਗੂ। ਜਿਵੇਂ ਬਰਫੀਲੀ ਚਟਾਨ ਦਾ ਇੱਕ ਉੱਪਰ ਜਿਹੜਾ ਉਹਦੇ ਉੱਪਰ ਜਿਹੜੀ ਟੀਸੀ ਹੈ ਉਸਦੀ ਉਹ ਹੈ, ਕਿਉਂਕਿ ਪੂਰੀ ਜਿਹੜੀ ਚਟਾਨ ਆ ਉਹ ਵੇਖਣੀ ਪੈਣੀ ਹੈ। ਵੇਖਣਾ ਪੈਣਾ ਕਿ ਇਹ ਇਕੱਲਾ ਨਹੀਂ ਹੈ, ਇਸ ਤਰ੍ਹਾਂ ਦੇ ਹੋਰ ਲੋਕ ਵੀ ਨੇ, ਔਰ ਇਹ ਕੰਮ ਲਗਾਤਾਰ ਤਰ੍ਹਾਂ ਚੱਲ ਰਿਹਾ, ਔਰ ਉਹਦੇ ਲੱਛਣ ਅਸੀਂ ਵੇਖ ਚੁੱਕੇ ਹਾਂ। ਜਰਮਨੀ ਵਿੱਚ ਜਿਹੜੀ ਇਹ ਜੋੜੀ ਨੂੰ ਸਜ਼ਾ ਹੋਈ, ਜਾਂ ਇਸ ਵਿਅਕਤੀ ਦਾ ਨਾਂ ਸਾਹਮਣੇ ਆਉਣਾ, ਇਸ ਵਿਅਕਤੀ ਦਾ ਜ਼ਿਕਰ ਸਾਹਮਣੇ ਆਉਣਾ, ਇਸ ਤੋਂ ਪਹਿਲਾਂ 에ਅਰ ਇੰਡੀਆ ਕਾਂਡ ਹੋਇਆ, ਉਦੋਂ ਇਸ ਤਰ੍ਹਾਂ ਦੇ ਸਵਾਲ ਉੱਠੇ ਸੀਗੇ, ਬਹੁਤ ਜ਼ਿਆਦਾ ਸਵਾਲ। ਕੁਝ ਵੱਡੇ ਵੱਡੇ ਅਖਬਾਰ ਜਿਹੜੇ ਆਪਣੇ ਆਪ ਨੂੰ ਮੋਡਰੇਟਰਾਂ ਦੇ ਮਾਊਥਪੀਸ ਬਣੇ ਫਿਰਦੇ ਆ, ਉਹਨਾਂ ਨੇ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਇਲਾਵਾ ਮਨਜੀਤ ਸਿੰਘ ਰੱਤੂ ਦਾ ਨਾਂ ਜਿਹੜਾ ਉਛਲਿਆ, ਉਹ ਵੀ ਅਖਬਾਰ ਕੱਢਦਾ ਹੁੰਦਾ ਸੀ। ਮੇਰਾ ਮਤਲਬ ਕਹਿਣ ਦਾ ਕਿੱਸੇ ਪਹਿਲਾਂ ਵੀ ਸਾਹਮਣੇ ਆਏ ਆ, ਬਿਲਕੁਲ, ਇਹ ਕੋਈ ਪਹਿਲਾ ਨਵਾਂ ਕਿੱਸਾ ਨਹੀਂਗਾ। ਇਹ ਪੂਰਾ ਖੁਫੀਆ ਤੰਤਰ ਹੈ, ਤੰਦੂਆ ਜਾਲ ਹੈ ਪੂਰਾ ਕੈਨੇਡਾ 'ਚ ਫੈਲਿਆ ਹੋਇਆ। ਇਸ ਦੀ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ। ਅਸੀਂ ਉਦੋਂ ਵੀ ਪਟੀਸ਼ਨ ਚਲਾਈ ਸੀ ਇੱਕ, ਜਦੋਂ ਟਰੂਡੋ ਦੀ ਫੇਰੀ ਵੇਲੇ ਜੋ ਰੌਲਾ ਰੱਪਾ ਪਿਆ ਉਸ ਤੋਂ ਬਾਅਦ, ਪਰ ਉਸ ਤੋਂ ਹਜ਼ਾਰਾਂ ਲੋਕਾਂ ਨੇ ਸਾਈਨ ਕੀਤੇ। NDP ਨੇ, ਜਗਮੀਤ ਸਿੰਘ ਨੇ ਚਲਾਈ, ਉਹਨੂੰ ਵੀ ਹਜ਼ਾਰਾਂ ਲੋਕਾਂ ਨੇ ਸਾਈਨ ਕੀਤੇ, ਪਰ ਕੀ ਬਣਿਆ ਉਸ ਚੀਜ਼ ਦਾ? ਅੱਜ ਵੀ ਇਹ ਰੌਲਾ ਪੈ ਰਿਹਾ ਤੇ ਅਸੀਂ ਚਾਹੁੰਦੇ ਹਾਂ ਕਿ ਪਬਲਿਕ ਇਨਕੁਆਇਰੀ ਕਰੋ, ਕਿਉਂਕਿ ਇਹ ਇਕੱਲੇ ਇੱਕ ਵਿਅਕਤੀ ਦੀ ਗੱਲ ਨਹੀਂ ਜਿਸਨੂੰ AB ਕਹਿ ਕੇ ਸੰਬੋਧਨ ਕੀਤਾ ਗਿਆ। ਇਹ ਇਕੱਲੇ AB ਬੇਬੀ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਤੁਰੇ ਫਿਰਦੇ ਇੱਥੇ, ਜਿਹੜੇ ਅਖਬਾਰਾਂ ਵੀ ਕੱਢਦੇ ਨੇ, ਅਖਬਾਰਾਂ ਵਿੱਚ ਕੰਮ ਵੀ ਕਰਦੇ ਨੇ, ਅਖਬਾਰਾਂ ਦੀ ਆੜ ਹੇਠਾਂ ਜਸੂਸੀ ਕਰਦੇ ਨੇ, ਗੁਰਦੁਆਰਿਆਂ ਮੰਦਰਾਂ ਵਿੱਚ ਬੈਠੇ ਨੇ, ਵੱਖ-ਵੱਖ ਸੁਸਾਇਟੀਆਂ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦਾ ਕੰਮ ਹੀ ਇਹੀ ਹੈ ਕਿ ਇੱਥੇ ਤੋਂ ਲੋਕਾਂ ਦੀਆਂ ਸੂਹਾਂ ਲਈਆਂ ਜਾਣ। ਨਾ ਸਿਰਫ ਇਹ ਕਿ ਕੈਨੇਡੀਅਨ ਸਿਆਸਤਦਾਨਾਂ ਤੇ ਪ੍ਰਭਾਵ ਜਮਾਇਆ ਜਾਵੇ, ਸਗੋਂ ਜਿਹੜੇ ਕੈਨੇਡੀਅਨ ਸਿਆਸਤਦਾਨ ਇਹਨਾਂ ਨੂੰ ਲੱਗਦਾ ਭਾਰਤੀ ਹਿੱਤਾਂ ਦੇ ਉਲਟ ਜਾ ਰਹੇ, ਉਹਨਾਂ ਦੀ ਸੂਹਾਂ ਕਿਵੇਂ ਕੱਢੀਆਂ ਜਾਣ, ਔਰ ਲੋਕਾਂ ਦੇ ਨਾਂ ਕਾਲੀ ਸੂਚੀ 'ਚ ਕਿਵੇਂ ਪਵਾਏ ਜਾਣ। ਸੋ ਮੇਰਾ ਮਤਲਬ ਕਹਿਣ ਦਾ ਪੂਰਾ ਵੱਡਾ ਸਾਰਾ ਇੱਕ ਤਾਣਾ ਭੇਟਾ ਹੈ, ਜਿਸ 'ਤੇ ਸਾਨੂੰ ਉਂਗਲ ਰੱਖਣ ਦੀ ਲੋੜ ਹੈ। ਇਹ ਨਹੀਂ ਕਿ ਕਿਸੇ ਦੀ ਡਿਸਕਸ਼ਨ ਕਰਕੇ ਉੱਥੇ ਹੀ ਗੱਲ ਨੂੰ ਨਿਬੇੜ ਦਈਏ, ਕਿਉਂਕਿ ਇਹ ਗੱਲ ਬਾਰ-ਬਾਰ ਉੱਠ ਰਹੀ ਹੈ। ਇਹ ਗੱਲ ਇੱਥੇ ਨਹੀਂ ਮੁੱਕਣੀ, ਇਹ ਗੱਲ ਬਹੁਤ ਦੂਰ ਤੱਕ ਜਾਊਗੀ ਜੇ ਕੋਈ ਨਿਸ਼ਠਾ ਦੇ ਨਾਲ ਇਸ ਦੀ ਜਾਂਚ ਕਰੇ। ਪਿੱਛੇ ਜੀ ਜਦੋਂ ਕੁਝ ਇੱਕ ਐਸੇ ਵੇਰਵੇ ਸਾਹਮਣੇ ਵੀ ਆਏ ਸੀ ਜਿਸ ਦੇ ਵਿੱਚ ਕੈਨੇਡੀਅਨ ਇੰਟੈਲੀਜੈਂਸੀ ਨੇ ਇਸ ਗੱਲ ਨੂੰ ਸਵੀਕਾਰਿਆ ਵੀ, ਡਿਸਕਲੋਜ਼ ਕੀਤਾ ਕਿ ਕਿਸ ਤਰੀਕੇ ਨਾਲ ਬਾਹਰਲੇ ਮੁਲਕ ਜਿਹੜੇ ਆ ਇੱਥੇ ਉਹਨਾਂ ਏਜੰਸੀਆਂ ਦੇ ਵੱਲੋਂ ਐਸੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਕਿ ਕੈਨੇਡਾ ਦੇ ਪੂਰੇ ਸਿਸਟਮ ਨੂੰ ਕਿਸੇ ਖਾਸ ਮੁੱਦੇ 'ਤੇ ਕਿਸੇ ਦੇਸ਼ ਦੇ ਹੱਕ ਦੇ ਵਿੱਚ ਜਾਂ ਇੱਥੋਂ ਦੇ ਪੂਰੇ ਪ੍ਰਬੰਧ ਨੂੰ ਬਦਲਣ ਦੇ ਵਾਸਤੇ, ਖਰਾਬ ਕਰਨ ਦੇ ਵਾਸਤੇ, ਈਵਨ ਰਾਜਨੀਤਿਕ ਤਬਦੀਲੀ ਦੇ ਵਾਸਤੇ ਵਰਤਿਆ ਜਾਏ। ਇੱਥੋਂ ਤੱਕ ਵੀ ਸਾਹਮਣੇ ਆਈਆਂ ਸਭ ਗੱਲਾਂ। ਨਹੀਂ, ਬਿਲਕੁਲ ਆ ਚੁੱਕਾ ਕਿ ਜਿਵੇਂ ਪਿਛਲੀਆਂ ਕਿ ਫੈਡਰਲ ਇਲੈਕਸ਼ਨਾਂ ਵਿੱਚ ਫਲਾਣੇ ਉਮੀਦਵਾਰ ਨੂੰ ਹਰਾਓ, ਫਲਾਣੇ ਨੂੰ ਜਿਤਾਓ, ਫਲਾਣੇ ਨੂੰ ਮੂਹਰੇ ਲੈ ਕੇ ਆਓ, ਫਲਾਣੇ ਦੀ ਨੋਮੀਨੇਸ਼ਨ ਵੇਲੇ ਕਿਸ ਤਰ੍ਹਾਂ ਦਖਲਅੰਦਾਜ਼ੀ ਕੀਤੀ ਜਾਵੇ, ਇਹ ਸਾਰਾ ਕੁਝ ਸਾਡੇ ਸਾਹਮਣੇ ਹੁੰਦਾ ਰਿਹਾ ਔਰ ਅਗਾਂਹ ਵੀ ਹੋਊਗਾ।
ਸਗੋਂ ਫੈਡਰਲ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਤਾੜਨਾ ਬਕਾਇਦਾ ਕੀਤੀ ਗਈ ਸੀ ਸੀਜ਼ਸ ਵੱਲੋਂ ਕਿ ਇਸ ਤਰ੍ਹਾਂ ਦਖਲਅੰਦਾਜ਼ੀ ਹੋ ਸਕਦੀ ਹੈ। ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਅੰਦੇਸ਼ੇ ਪ੍ਰਗਟਾਏ ਗਏ ਆ। ਸੋ ਇਹ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ, ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਭਾਈਚਾਰਕ ਤੌਰ ਤੇ ਲੋਕਾਂ ਨੂੰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਕਿ ਇਸ ਦੀ ਪੁਣਛਾਣ ਹੋਵੇ, ਪੂਰੇ ਚੰਗੇ ਤਰੀਕੇ ਨਾਲ ਤਹਿ ਤੱਕ ਜਾਇਆ ਜਾਵੇ ਕਿ ਇਹ ਸਿਲਸਿਲਾ ਕਿੱਥੋਂ ਤੱਕ ਪਹੁੰਚਿਆ ਹੋਇਆ। ਇਹ ਨਾ ਹੋਵੇ ਕਿ 2 ਦਿਨ ਡਿਬੇਟਾਂ ਹੋਈਆਂ ਉਸ ਤੋਂ ਬਾਅਦ ਗੱਲ ਹੋਈ ਗਈ ਹੋਗੀ, ਕਿਉਂਕਿ ਅੱਗੇ ਵੀ ਗੱਲਾਂ ਆਈ ਗਈ ਕੀਤੀਆਂ ਗਈਆਂ। ਜੀ ਜੀ। ਸੋ ਮੈਨੂੰ ਇਹੀ ਖਦਸ਼ਾ ਕਿ ਇਹ ਨਾ ਹੋਵੇ ਇਸ ਕਿੱਸੇ ਵਿੱਚ ਵੀ ਕਿ 1-2 ਦਿਨਾਂ ਤੱਕ ਇਸ ਦੀ ਜਿਹੜੀ ਹੈ ਇਸ ਕਿੱਸੇ ਦੀ ਕਹਾਣੀ ਮੁੱਕ ਜਾਏ, ਲੋਕੀ ਭੁਲਾ ਦੇਣ, ਫਿਰ ਮੁੜ ਕੇ 6 ਮਹੀਨੇ ਬਾਅਦ ਸਾਲ ਮਗਰੋਂ ਫਿਰ ਕੋਈ ਇਹੋ ਜਿਹੀ ਸਾਨੂੰ ਖਬਰ ਸੁਣਨ ਨੂੰ ਮਿਲੇਗੀ, ਅਸੀਂ ਫਿਰ ਚਰਚਾ ਕਰਾਂਗੇ, ਕਿਉਂਕਿ ਬਾਰ-ਬਾਰ ਇਹ ਗੱਲਾਂ ਆ ਰਹੀਆਂ ਤੇ ਇਸ ਦੇ ਬਾਰੇ ਜਾਂਚ ਹੋਣੀ ਚਾਹੀਦੀ ਹੈ। ਇਹ ਗੱਲ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਰਿਲੇਸ਼ਨ ਸਾਰੇ ਦੇਸ਼ਾਂ ਦੇ ਨੇ। ਅਸੀਂ ਜਦੋਂ ਅੱਜ ਇਸ ਵੇਲੇ ਗੱਲ ਕਰ ਰਹੇ ਹਾਂ ਤਾਂ ਇਹ ਬਹੁਤ ਵੱਡੇ ਕੈਨਵਸ ਤੇ ਇਹ ਗੱਲਾਂ ਹਨ। ਅਸੀਂ ਨਾਲੋਂ ਨਾਲ ਆਪਣੇ ਦਰਸ਼ਕਾਂ ਨੂੰ ਵੀ ਸ਼ਾਮਲ ਕਰਦੇ ਹਾਂ। ਜੀ ਆਇਆਂ ਨੂੰ ਜੀ, ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋ, ਕੀ ਕਹਿਣਾ ਚਾਹੋਗੇ ਜੀ? ਸਤਿ ਸ਼੍ਰੀ ਅਕਾਲ ਵੀਰ ਜੀ, ਕਵੀ ਫੋਨ ਕਰਦਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਤੇ ਤੁਸੀਂ ਤੁਹਾਡਾ ਪ੍ਰੋਗਰਾਮ ਬੜਾ ਨਾਈਸ ਆ, ਅੱਛਾ ਟਾਈਮ ਤੇ ਆ। ਮਿਹਰਬਾਨੀ ਕਵੀ। ਤੇ ਇਹ ਬਹੁਤ ਕਨਫਿਊਜ਼ਿੰਗ ਟਾਈਮ ਆ ਸਾਰਿਆਂ ਦੇ ਲਈ ਜੀ। ਤੇ ਕੋਈ ਖਬਰਾਂ ਨੂੰ ਸੁਣਦਾ ਵਾ ਵੀ ਅਸੀਂ ਖਬਰਾਂ ਤੋਂ ਇਨਫੋਰਮੇਸ਼ਨ ਲਈਏ। ਜੀ ਜੀ। ਕੋਈ ਮੈਡੀਕਲ ਅਫਸਰਾਂ ਨੂੰ ਸੁਣਦਾ ਜੀ ਜੀ ਵੀ ਅਸੀਂ ਮੈਡੀਕਲ ਡਾਕਟਰਾਂ ਨੂੰ ਸੁਣੀਏ। ਜੀ ਜੀ ਬਿਲਕੁਲ। ਅਸੀਂ ਉਹਨਾਂ ਤੋਂ ਇਨਫੋਰਮੇਸ਼ਨ ਲਈਏ। ਜੀ ਜੀ ਜੀ। ਤੇ ਕਈ ਧਾਰਮਿਕ ਆਤੇ ਗੁਰਦੁਆਰੇ ਗੁਰੂਆਂ ਨੂੰ ਬਾਬਿਆਂ ਨੂੰ ਸੁਣਦੇ ਆ ਵੀ ਅਸੀਂ ਉਹਨਾਂ ਤੋਂ ਕੰਫਰਟ ਲਈਏ। ਜੀ। ਤੇ ਨਾਲ ਦੀ ਨਾਲ ਥੋੜੀ ਜਿਹੀ ਕੰਸਪੀਰੇਸੀ ਥਿਊਰੀ ਵੀ ਚੱਲਦੀ ਆ, ਉਹਨਾਂ ਦੀ ਗੱਲ ਇੱਕ ਹੁੰਦੀ ਆ ਤੇ ਡਾਕਟਰਾਂ ਦੀ ਗੱਲ ਇੱਕ ਹੁੰਦੀ ਆ। ਬਿਲਕੁਲ ਤੁਹਾਡਾ ਕਵੀ, ਕਿਉਂਕਿ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਵਿਸ਼ਾ ਬੜਾ ਵਧੀਆ ਹੁੰਦਾ, ਪਰ ਮੈਨੂੰ ਲੱਗਦਾ ਕਿ ਜਿਹੜਾ ਪਿਛਲਾ ਪ੍ਰੋਗਰਾਮ ਕੁਝ ਸਮੇਂ ਪਹਿਲਾਂ ਚੈਨਲ ਪੰਜਾਬੀ ਤੇ ਪ੍ਰਸਾਰਿਤ ਹੋਇਆ, ਵਿਸ਼ੇਸ਼ ਤੌਰ ਤੇ ਇਸੇ ਗੱਲ ਤੇ ਕੇਂਦਰਿਤ ਸੀ ਕਿ ਇਸ ਵੇਲੇ ਜਿਹੜੀਆਂ ਏਜੰਸੀਜ਼ ਨੇ ਜਾਂ ਸੋਰਸਿਸ ਨੇ ਜਾਂ ਸਰਕਾਰਾਂ ਨੇ ਕਿਸ ਤਰੀਕੇ ਨਾਲ, ਕਿਉਂਕਿ ਬੜਾ ਗੰਭੀਰ ਦਿਨਾਂ ਦਾ ਜਿਹੜਾ ਇਹਨਾਂ ਦਿਨਾਂ ਦਾ ਵੇਰਵਾ ਚੱਲਦਾ ਤੇ ਪ੍ਰੋਗਰਾਮ ਦੇ ਵਿੱਚ ਮਿੰਟ ਤੇ ਅਪਡੇਟਸ ਕੀਤੀਆਂ ਜਾਂਦੀਆਂ ਨੇ। ਸੋ ਇਹਨਾਂ ਦਾ ਇਸ਼ਾਰਾ ਇਹ ਵੀ ਹੈ ਕਿ ਜੋ ਹੈਲਥ ਸਿਸਟਮ ਮੌਜੂਦਾ ਜਾਂ ਰਿਪੋਰਟਸ ਡੇਲੀ ਹੁੰਦੀਆਂ, ਸੋ ਅੱਜ ਵੀ ਜਿਹੜਾ ਕੈਨੇਡਾ ਜਾਂ ਵਰਲਡ ਵਾਈਡ ਕੋਵਿਡ-19 ਦਾ ਜਿਹੜਾ ਅਸਰ ਹੋਇਆ ਉਸ ਦੀਆਂ ਸਾਰੀਆਂ ਰਿਪੋਰਟਸ ਪਿਛਲੇ ਪ੍ਰੋਗਰਾਮ 'ਚ ਵੀ ਆਉਂਦੇ ਪ੍ਰੋਗਰਾਮ 'ਚ ਵੀ ਸਾਂਝੀਆਂ ਹੋਣਗੀਆਂ। ਪਰ ਅਸੀਂ ਫਿਰ ਵਿਸ਼ਾ ਲਾਉਣੇ ਆ। ਵਿਸ਼ਾ ਜਿਹੜਾ ਹੈ ਉਹ, ਕਿਉਂਕਿ ਖਬਰਾਂ ਜਿਹੜੀਆਂ ਅਲੱਗ-ਅਲੱਗ ਵਿਸ਼ਿਆਂ 'ਤੇ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁੱਦਾ ਕੇਂਦਰਿਤ ਜਿਸ ਦੇ ਉੱਪਰ ਆ ਉਹ ਸੀ ਕੈਨੇਡੀਅਨ ਸਿਸਟਮ ਦੇ ਵਿੱਚ ਜਾਂ ਕਿਤੇ ਵੀ ਜਿਹੜੀ ਹੈ ਦਖਲਅੰਦਾਜ਼ੀ। ਸਵਾਲ ਇਹ ਸੀ ਕਿ ਜਦੋਂ ਹਰ ਇੱਕ ਹਕੂਮਤ ਦੀਆਂ ਆਪਣੀਆਂ ਖੁਫੀਆ ਏਜੰਸੀਆਂ ਨੇ, ਉਹ ਜਸੂਸ ਨੇ, ਜਸੂਸੀ ਹੁੰਦੀ ਵੀ ਹੈ, ਮੁਲਕਾਂ 'ਚ ਕੀਤੀ ਜਾਂਦੀ ਹੈ, ਉਹਨਾਂ ਦੇ ਅਦਾਰੇ ਵੀ ਨੇ, ਉਹਨਾਂ ਦੇ ਸਫਾਰਤਖਾਨੇ ਵੀ ਨੇ, ਇਹ ਜਿਹੜੀਆਂ ਕੁਝ ਇੱਕ ਏਜੰਸੀਆਂ ਇਹ ਕੰਮ ਵੀ ਕਰਦੀਆਂ ਨੇ। ਕੀ ਇੰਟਰਨੈਸ਼ਨਲ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਉਹਨਾਂ ਮੁਲਕਾਂ ਦੇ ਵਿੱਚ ਕਿਸੇ ਹੋਰ ਗਲਬੇ ਹੇਠ, ਚਾਹੇ ਉਹ ਪੱਤਰਕਾਰ ਬਣ ਕੇ, ਸਮਾਜ ਸੇਵੀ ਬਣ ਕੇ, ਅਣਐਲਾਨੇ ਆਪਣੇ ਵਰਕਰ ਉਹ ਏਜੰਸੀਆਂ ਉੱਥੇ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼ਾਮਲ ਕਰ ਦੇਣ? ਜੇ ਅਜਿਹਾ ਹੁੰਦਾ ਜਾਂ ਉਦੋਂ ਬਾਅਦ ਕੋਈ ਕਾਰਵਾਈ ਹੁੰਦੀ ਹੈ ਤਾਂ ਫਿਰ ਜਿਵੇਂ ਇੱਕ ਇੰਗਲੈਂਡ ਦੇ ਪਿੱਛੇ ਜੇ ਘਟਨਾ ਆਈ ਸੀ ਕਿ ਉਹਨਾਂ ਨੇ ਇੱਕ ਹੋਰ ਦੇਸ਼ ਦੇ ਵੱਲੋਂ ਇੱਕ ਜਿਹੜਾ ਵਿਅਕਤੀ ਜਿਸ ਨੇ ਸ਼ਰਨ ਲਈ ਸੀ ਇੰਗਲੈਂਡ ਦੇ ਵਿੱਚ, ਉਸ ਨੂੰ ਮਾਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਇਨਡਾਇਰੈਕਟਲੀ ਜ਼ਹਿਰ ਦੇ ਕੇ, ਤੇ ਬਾਅਦ ਦੇ ਵਿੱਚ ਜ਼ਾਹਰ ਹੋਇਆ ਤੇ ਉਸ ਮੁਲਕ ਦੇ ਨਾਲ ਸੰਬੰਧ ਹੀ ਇੱਕ ਤਰ੍ਹਾਂ ਖਤਮ ਹੋ ਗਏ, ਇੱਥੋਂ ਤੱਕ ਚਲਾ ਗਿਆ। ਨਹੀਂ ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਦੂਜੇ ਮੁਲਕਾਂ ਜਿਹੜੇ ਐਮਬੈਸੀਆਂ ਹੁੰਦੀਆਂ ਉਹ ਹੁੰਦੀਆਂ ਤਜਾਰਤ ਵਧਾਉਣ ਲਈ, ਸੰਬੰਧ ਵਧਾਉਣ ਲਈ, ਸੱਭਿਆਚਾਰਕ ਸਥਾਨ ਵਧਾਉਣ ਲਈ, ਜਸੂਸੀ ਵਾਸਤੇ ਨਹੀਂ ਹੁੰਦਾ ਕੰਮ। ਜਿਨ੍ਹਾਂ ਦਾ ਪਤਾ ਹੋਸਟਾਈਲ ਦੇਸ਼ ਨੇ ਵੱਧ ਤੋਂ ਵੱਧ ਕੀ ਤੁਸੀਂ ਸੰਬੰਧ ਤੋੜ ਲਓ, ਖਤਮ ਹੋਈ ਗੱਲ। ਜਿਵੇਂ ਹੁਣ ਸਪੋਜ਼ ਭਾਰਤ ਪਾਕਿਸਤਾਨ ਵਿੱਚ ਕਈ ਵਾਰੀ ਸਮੱਸਿਆ ਇੱਦਾਂ ਦੀ ਬਣੀ ਹੈ ਕਿ ਦੂਤਕ ਸੰਬੰਧ ਤੋੜ ਲਏ ਗਏ। ਹਾਂਜੀ, ਉਹ ਗੱਲ ਸਮਝ ਪੈਂਦੀ, ਦੂਤਕ ਸੰਬੰਧ ਹੀ ਟੁੱਟ ਗਏ, ਫਿਰ ਤੁਹਾਡੇ ਦੂਤ ਹੀ ਹੈ ਨਹੀਂ ਤੇ ਜਸੂਸੀ ਕਿੰਨੇ ਕਰਨੀ ਉੱਥੇ? ਜੀ ਬਿਲਕੁਲ। ਪਰ ਜਿਹੜਾ ਇਹ ਰੁਝਾਨ ਹੈ ਜਸੂਸੀ ਵਾਲਾ, ਇਹ ਕਾਨੂੰਨ ਦੀ ਅਵਗਿਆ ਹੈ, ਇਹ ਸਾਨੂੰ ਮੰਨ ਕੇ ਚੱਲਣਾ ਚਾਹੀਦਾ। ਜਿਹੜੇ ਆਹ ਦੋ ਜਿਹੜੀ ਜੋੜੀ ਨੂੰ ਜਰਮਨੀ ਸਜ਼ਾਵਾਂ ਹੋਈਆਂ ਇਸੇ ਕਰਕੇ ਹੋਈਆਂ। ਕੈਨੇਡਾ ਵਿੱਚ ਵੀ ਇਤਿਹਾਸ ਰਿਹਾ ਜਦੋਂ ਇਹ ਗੱਲ ਸਿੱਧ ਹੋਈ ਕਿ ਇਹ ਲੋਕ ਜਸੂਸੀਆਂ ਕਰਦੇ ਆ, ਇੱਥੋਂ ਕੱਢੇ ਗਏ ਨੇ, ਡੀਪੋਰਟ ਹੋਏ ਨੇ। ਰਾਈਟ, ਕਾਨੂੰਨ ਹੈ ਇੱਥੇ, ਇਸ ਤਰ੍ਹਾਂ ਹੈ ਨਹੀਂ ਕਾਨੂੰਨ ਨਹੀਂਗਾ। ਜਿਹੜਾ ਕਾਲਰ ਦੀ ਗੱਲ ਦੇ ਉੱਤੇ ਮੈਨੂੰ ਖਦਸ਼ਾ ਹੈ ਕਿ ਜਿਹੜਾ ਅਸੀਂ ਪਹਿਲਾਂ ਵੀ ਪਿਛਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਕੋਵਿਡ-19 ਦਾ ਫਾਇਦਾ ਕਿਵੇਂ ਸਰਕਾਰਾਂ ਨੂੰ ਹੋ ਰਿਹਾ। ਹੁਣ ਆਹ ਵੇਖ ਲੈਣਾ ਕਿ ਆਹ ਕੰਟਰੋਵਰਸੀ ਹੈ, ਇਸ ਨੂੰ ਵੀ ਰਫਾ ਦਫਾ ਕਰਨ ਲਈ ਕੋਵਿਡ-19 ਵਰਤਿਆ ਜਾਊਗਾ। ਅੱਜ ਕੁਝ ਜਿਹੜੇ ਇੱਥੋਂ ਦੇ ਤੇਲ ਉਤਪਾਦਕ ਨੇ ਉਹਨਾਂ ਨੇ ਪੱਤਰ ਲਿਖਿਆ ਟਰੂਡੋ ਨੂੰ। ਜੀ, ਉਹਨਾਂ ਨੇ ਪੱਤਰ ਲਿਖਿਆ ਕਿ ਜਿਹੜੀ ਤੁਸੀਂ ਜਿਹੜਾ ਕਲਾਈਮੇਟ ਜਿਹੜਾ ਤੁਹਾਡਾ ਏਜੰਡਾ ਹੈ ਉਹਨੂੰ ਰੱਦ ਕਰ ਦਿਓ ਹਾਲ ਦੀ ਘੜੀ।
ਜਿਹੜਾ ਮੂਲ ਵਾਸੀਆਂ ਨਾਲ ਤੁਸੀਂ ਇੱਕ ਵਚਨਬੱਧਤਾ ਆਪਣੀ ਸ਼ੋਅ ਕੀਤੀ ਕਿ ਅਨਡਰਿਪ ਨਾਂ ਦਾ ਜਿਹੜਾ ਅੰਤਰਰਾਸ਼ਟਰੀ ਸਮਝੌਤਾ ਅਸੀਂ ਲਾਗੂ ਕਰਨਾ, ਉਸ ਤੋਂ ਵੀ ਠੰਡੇ ਬਸਤੇ 'ਚ ਪਾ ਦਿਓ। ਮੈਂ ਕਹਿਣਾ ਇਹ ਚਾਹ ਰਿਹਾ ਕਿ ਉਹ ਜਿਹੜੀਆਂ ਤਾਕਤਾਂ ਨੇ ਉਹ ਤਾਂ ਆਪਣੇ ਇੰਟਰਸਟ ਨਹੀਂ ਛੱਡ ਰਹੀਆਂ, ਉਹ ਨਹੀਂ ਛੱਡ ਰਹੀਆਂ, ਬਿਲਕੁਲ। ਕੋਵਿਡ-19 ਦਾ ਫਾਇਦਾ ਚੁੱਕ ਕੇ ਸਾਡਾ ਮੀਡੀਆ ਤੌਰ ਤੇ ਫਰਜ਼ ਨਹੀਂ ਬਣਦਾ ਕਿ ਉਹਨਾਂ ਸਟੋਰੀਆਂ ਨੂੰ ਵੀ ਲੋਕਾਂ ਦੇ ਸਾਹਮਣੇ ਰੱਖੀਏ ਕਿ ਜਿਹੜੀਆਂ ਧਿਆਨ ਮੰਗਦੀਆਂ। ਜੇ ਲੋਕੀ ਭੁਲਾਈ ਬੈਠੇ ਨੇ ਤੇ ਸਰਕਾਰਾਂ ਵੀ ਇਹ ਚਾਹੁੰਦੀਆਂ ਲੋਕੀ ਭੁੱਲੇ ਰਹਿਣ। ਜੀ ਜੀ ਜੀ, ਸਾਡਾ ਫਰਜ਼ ਬਣਦਾ ਘੱਟੋ ਘੱਟ ਲੋਕਾਂ ਦੇ ਸਾਹਮਣੇ ਰੱਖੀਏ ਮੁੱਦੇ ਆਵੇ। ਅਸੀਂ ਕੋਵਿਡ-19 ਤੇ ਵੀ ਗੱਲ ਕਰਦੇ ਜ਼ਿੰਮੇਵਾਰੀ ਨਾਲ, ਪਰ ਨਾਲ ਦੀ ਨਾਲ ਜਿਹੜੇ ਆਮ ਮੁੱਦੇ ਆ ਰਹੇ ਨੇ ਜਿਹਨਾਂ ਨੂੰ ਬੜੀ ਸਫਾਈ ਨਾਲ, ਚਲਾਕੀ ਨਾਲ, ਮੱਕਾਰੀ ਦੇ ਨਾਲ ਲੋਕਾਂ ਦੇ ਚੇਤਿਆਂ ਨੂੰ ਕੱਢਿਆ ਜਾ ਰਿਹਾ ਸਿਰਫ ਕੋਵਿਡ-19 ਦਾ ਇੱਕ ਹਊਆ ਖੜਾ ਕਰਕੇ, ਸਾਡਾ ਫਰਜ਼ ਬਣਦਾ ਮੀਡੀਆ ਦੇ ਤੌਰ ਤੇ ਕਿ ਅਸੀਂ ਉਹ ਚੀਜ਼ਾਂ ਵੀ ਲੋਕਾਂ ਦੇ ਸਾਹਮਣੇ ਰੱਖੀਏ। ਇਹ ਜਸੂਸੀ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਇਹ ਕੋਈ ਛੋਟਾ-ਮੋਟਾ ਮਾਮਲਾ ਨਹੀਂਗਾ, ਇਹਨੂੰ ਸੀਰੀਅਸਲੀ ਲਿਆ ਜਾਵੇ। ਜੀ ਜੀ, ਅੱਗੇ ਮੌਕੇ ਖੁੰਝਾ ਦਿੱਤੇ ਗਏ, ਕੋਈ ਪਬਲਿਕ ਇਨਕੁਆਇਰੀ ਨਹੀਂ ਹੋਈ, ਘੱਟੋ ਘੱਟ ਹੁਣ ਜੇ ਮਾਮਲਾ ਦੁਬਾਰਾ ਉੱਠਿਆ ਤੇ ਇਸ ਤੇ ਜ਼ੋਰ ਦਿੱਤਾ ਜਾਵੇ। ਬਿਲਕੁਲ ਸਹੀ ਜੀ। ਗੱਲ ਜਿਹੜੀ ਮਨਜੀਤ ਰੱਤੂ ਦੀ ਚੱਲੀ, ਮਨਜੀਤ ਰੱਤੂ ਉਹ ਵੀ ਇੱਕ ਪੱਤਰਕਾਰ ਦੇ ਪੇਸ਼ੇ ਨਾਲ ਸੰਬੰਧ ਸੀ, ਜਿਹੜੇ ਮੁਲਕ 'ਚ ਜਾਂਦਾ ਸੀ ਉੱਥੇ ਅਖਬਾਰ ਖੋਲ੍ਹ ਲੈਂਦਾ ਸੀ, ਬਾਅਦ ਦੇ ਵਿੱਚ ਜਸੂਸੀ ਸ਼ੁਰੂ ਕਰ ਦਿੰਦਾ ਸੀ, ਬਾਅਦ ਦੇ ਵਿੱਚ ਉਹਦੇ ਬਾਰੇ ਬਹੁਤ ਸੱਚ ਸਾਹਮਣੇ। ਉਸ ਤੋਂ ਬਾਅਦ ਕੁਝ ਬਣਿਆ ਉਸ ਦਾ, ਜਿਨ੍ਹਾਂ ਮੁਲਕਾਂ 'ਚ ਗਿਆ ਉਹਨਾਂ ਦੇ ਵਿੱਚ ਕੈਨੇਡਾ ਦਾ ਨਾਂ ਵੀ ਸ਼ਾਮਲ ਸੀ। ਨਾਂ ਤਾਂ ਸ਼ਾਮਲ ਸੀ, ਪਰ ਉਸ ਤੋਂ ਬਾਅਦ ਇਹੀ ਗੱਲ ਹੋਈ ਕਿ ਦੁਖਾਂਤ ਹੀ ਇਸ ਗੱਲ ਦਾ ਉਸ ਕੇਸ ਦੇ ਵਿੱਚੋਂ ਸਾਨੂੰ ਪਤਾ ਹੀ ਨਹੀਂ ਬਣਿਆ ਕੀ ਉਸ ਕੇਸ ਦਾ। ਮੈਨੂੰ ਤਾਂ ਕਰਕੇ ਲੱਗਦਾ ਕਿ ਆਹ ਜਿਹੜੇ ਕਿੱਸੇ ਬਾਰ-ਬਾਰ ਉੱਠਦੇ ਆ ਇਹਨਾਂ ਗੱਲਾਂ ਨੂੰ ਦਬਾ ਦਿੱਤਾ ਜਾਂਦਾ। ਦੁਖਾਂਤ ਇਸ ਗੱਲ ਹੈ ਕਿ ਏਰੀਡੇ ਦੀ ਇਨਕੁਆਇਰੀ ਹੁੰਦੀ ਹੈ, ਹਾਂਜੀ, ਜਿਸ ਵਿੱਚ ਇੱਕ ਸਵਾਲ ਉੱਠਿਆ ਕਿ ਕੀ ਰੌ ਦੇ ਲੋਕ ਇਸ ਵਿੱਚ ਸ਼ਾਮਲ ਸੀਗੇ ਜਾਂ ਨਹੀਂ ਸੀਗੇ। ਉਸ ਸਵਾਲ ਦੀ ਇਮਾਨਦਾਰੀ ਨਾਲ ਕੋਸ਼ਿਸ਼ ਨਹੀਂ ਕੀਤੀ ਕਿ ਜਵਾਬ ਲੱਭਣ ਦੀ। ਇੱਕ ਉਹ ਡਾਇਮੈਂਸ਼ਨ ਸੀ ਜਿੱਤੇ ਕੰਮ ਹੋਣਾ ਚਾਹੀਦਾ ਸੀਗਾ। ਜੀ ਜੀ, ਠੀਕ ਹੈ। 2-3 ਮਿਸਾਲਾਂ ਨੇ ਜਿਹੜੀਆਂ ਧਿਆਨ ਮੰਗਦੀਆਂ। ਇੱਕ ਤਾਂ ਵੇਖੋ, ਸਲੀਮ ਜੀਵੇ ਨੇ ਆਪਣੀ ਕਿਤਾਬ ਜਿਹੜੀ ਮਾਰਜਨ ਆਫ ਟੈਰਰ 'ਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਕੁਝ ਲੋਕ ਗ੍ਰਿਫਤਾਰ ਕੀਤੇ ਗਏ, ਜਿਵੇਂ ਹਰਦਿਆਲ ਜੌਹਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸ਼ੁਰੂ ਦੇ ਵਿੱਚ, ਤਾਂ ਸਲੀਮ ਜੀਵਾ ਆਪਣੀ ਰਿਪੋਰਟ ਲਿਖ ਰਿਹਾ ਸੀ ਤੇ ਉਸ ਨੂੰ ਗੁਰਿੰਦਰ ਸਿੰਘ ਨੇ ਫੋਨ ਕੀਤਾ, ਜਿਹੜੇ ਉੱਥੋਂ ਇੱਥੇ IB ਦੇ ਅਫਸਰ ਸੀ ਜਾਂ ਰੌ ਦੇ ਅਫਸਰ ਸੀ ਕੌਂਸੂਲੇਟ ਦੇ ਵਿੱਚ। ਉਹ ਕਹਿੰਦੇ ਨੇ ਕਿ ਕਿਹੜੇ ਵਿਅਕਤੀ ਦੇ ਨਾਂ ਲਿਖ ਰਹੇ ਆ, ਉਹ ਕੌਣ ਨੇ। ਜਦੋਂ ਉਹਨੇ ਦੱਸਿਆ ਕਿ ਹਰਦਿਆਲ ਜੌਹਲ ਵੀ ਇੱਕ ਵਿਅਕਤੀ ਹੈ, ਤਾਂ ਉਸਨੇ ਜ਼ੋਰ ਦਿੱਤਾ ਕਿ ਹਰਦਿਆਲ ਜੌਹਲ ਦਾ ਜ਼ਿਕਰ ਨਾ ਕਰਿਓ, ਸਾਡਾ ਬੰਦਾ। ਕੀ ਹਰਦਿਆਲ ਜੌਹਲ ਦੇ ਭਾਰਤੀ ਸਫੀਰਾਂ ਨਾਲ ਸੰਬੰਧਾਂ ਬਾਰੇ ਕੋਈ ਜਾਂਚ ਪੜਤਾਲ ਹੋਈ? ਭਾਰਤੀ ਸਫੀਰਾਂ ਦਾ ਕੀ ਇੰਟਰਸਟ ਸੀ, ਕੀ ਨਹੀਂ ਸੀਗਾ? ਸੌਫਟ ਟਾਰਗੇਟ ਨੂੰ ਕਈ ਲੋਕ ਰੱਦ ਕਰ ਦਿੰਦੇ ਕਿ ਕਨਸਪੀਰੇਸੀ ਥਿਊਰੀ ਹੈ, ਪਰ ਉਸ ਵਿੱਚ ਜਿਹੜੇ ਖੁਲਾਸੇ ਹੋਏ ਆ ਕੀ ਗੰਭੀਰਤਾ ਨਾਲ ਉਹਨਾਂ ਦੀ ਜਾਂਚ ਹੋਈ ਹੈ? ਜਦੋਂ ਤੁਸੀਂ ਜਾਂਚ ਕਰਦੇ ਹੋ ਹਰ ਇੱਕ ਤਰ੍ਹਾਂ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋ, ਕਿਸੇ ਵੀ ਸੰਭਾਵਨਾ ਨੂੰ ਰੱਦ ਨਹੀਂ ਕਰਦੇ। ਜਾਂਚ ਹਮੇਸ਼ਾ ਖੁੱਲ੍ਹੇ ਮਨ ਨਾਲ ਹੁੰਦੀ ਹੈ। ਕੀ ਇਸ ਤਰ੍ਹਾਂ ਦੇ ਸਵਾਲ ਉੱਠੇ ਜਿਨ੍ਹਾਂ ਲੋਕਾਂ ਨੇ ਟਿਕਟਾਂ ਕੈਂਸਲ ਕਰਾਈਆਂ? ਦੁਸਾਂਝ ਸਾਹਿਬ ਨੇ ਕਰਾਈ, ਹੋਰ ਲੋਕਾਂ ਨੇ ਕਰਾਈਆਂ। ਕੀ ਕਿਸੇ ਨੇ ਪੁੱਛਿਆ ਵੀ ਤੁਹਾਡੇ ਕੋਲ ਕੋਈ ਭਿਣਕ ਸੀ ਜਾਂ ਜਾਣਕਾਰੀ ਸੀ? ਮਾੜੀ ਮੋਟੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿਸੇ? ਮੇਰਾ ਕਹਿਣ ਦਾ ਮਤਲਬ ਕਿ ਮੈਂ ਇਹ ਨਹੀਂ ਕਹਿ ਰਿਹਾ ਜ਼ਰੂਰੀ ਤੌਰ ਤੇ ਕਿ ਰੌ ਨੇ ਕੀਤਾ ਜਾਂ ਨਹੀਂ ਕੀਤਾ। ਮੈਂ ਕਹਿ ਇਹ ਰਿਹਾ ਕਿ ਇੱਕ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਐਂਗਲ ਨੂੰ ਵੇਖੇ। ਪਰ ਉਦੋਂ ਵੀ ਗੱਲ ਨਹੀਂ ਹੋਈ। ਫਿਰ ਜਦੋਂ ਪਬਲਿਕ ਇਨਕੁਆਇਰੀ ਹੁੰਦੀ ਹੈ, ਇੰਡੀਆ ਦੇ ਬਾਰੇ ਕੋਈ ਰੈਫਰੈਂਸ ਆਇਆ, ਉਹਨੂੰ ਰਿਜੈਕਟ ਕੀਤਾ ਗਿਆ ਜਾਂ ਢੱਕਿਆ ਗਿਆ। ਇਹ ਕਿਹਾ ਗਿਆ ਕਿ ਕੰਟਰੀ ਟੂ ਕੰਟਰੀ ਰਿਲੇਸ਼ਨ ਖਰਾਬ ਹੁੰਦੇ ਨੇ। ਜਦੋਂ ਟਰੂਡੋ ਦੀ ਫੇਰੀ ਵੇਲੇ ਕੰਟਰੋਵਰਸੀ ਹੋਈ, ਉਹਦੀ ਜਾਂਚ ਹੋਈ, ਉਹਦੇ ਵਿੱਚ ਵੀ ਕਈ ਤੱਥ ਜਿਹੜੇ ਲੁਕੋ ਦਿੱਤੇ ਗਏ। ਬੜੀ ਸਫਾਈ ਨਾਲ ਦਲੀਲ ਦਿੱਤੀ ਗਈ ਕਿ 2 ਮੁਲਕਾਂ ਦੇ ਸੰਬੰਧ ਖਰਾਬ ਹੋ ਰਹੇ। ਸੋ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ, ਇੱਕ ਮੁਲਕ ਦੂਜੇ ਮੁਲਕ ਦੇ ਬਾਰੇ ਗੱਲ ਕਰਨ ਨੂੰ ਤਿਆਰ ਹੀ ਨਹੀਂ, ਫਿਰ ਇਸ ਗੱਲ ਦੀ ਉਮੀਦ ਘੱਟ ਹੀ ਹੈ ਕਿ ਉਸ ਦੀ ਇਨਕੁਆਇਰੀ ਹੋਵੇਗੀ। ਸੋ ਹੋ ਸਕਦਾ ਕਿ ਆਹ ਕੇਸ ਵੀ ਕਿਸੇ ਲੈਵਲ ਤੇ ਜਾ ਕੇ 2-4 ਦਿਨਾਂ ਨੂੰ ਚਰਚਾ ਤੋਂ ਬਾਅਦ ਇਹ ਵੀ ਅਲੋਪ ਹੋ ਜਾਏਗਾ, ਇਸ ਤਰ੍ਹਾਂ ਮੈਨੂੰ ਲੱਗ ਰਿਹਾ, ਪਰ ਹੋਣਾ ਨਹੀਂ ਚਾਹੀਦਾ। ਪਰ ਜੇ ਅੱਜ ਦੇਖੀਏ ਕਿ ਏਡੀ ਵੱਡੀ ਇੱਕ ਨੈਸ਼ਨਲ ਏਜੰਸੀ ਨੇ, ਨਿਊਜ਼ ਏਜੰਸੀ ਨੇ ਜਿਹੜੀ ਹੈ ਗਲੋਬਲ BC ਨੇ ਇਸ ਨੂੰ ਬਕਾਇਦਾ ਵੱਡੇ ਪੱਧਰ 'ਤੇ ਕਵਰ ਕੀਤਾ, ਇਸ ਨੂੰ ਥਾਂ ਦਿੱਤੀ ਹੈ, ਕੀ ਇਹ ਗੱਲ ਆਪਣੇ ਆਪ ਦੇ ਵਿੱਚ ਇੰਨੀ ਮਹੱਤਵਪੂਰਨ ਨਹੀਂ? ਕਿਉਂਕਿ ਸਾਡਾ ਆਪਣਾ ਮੀਡੀਆ, ਅਸੀਂ ਕੈਨੇਡਾ ਦੇ ਵਿੱਚ ਆਪਣੀ ਪ੍ਰੈਸ ਮੀਡੀਆ ਚਲਾਉਣੇ ਆ, ਅਤੇ ਇਹਨਾਂ ਰਿਪੋਰਟਸ ਦਾ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨਾਂ ਦਾ ਜ਼ਿਕਰ ਵੱਧ ਤੋਂ ਵੱਧ ਕਰੀਏ। ਇਸ ਕਰਕੇ ਕਰੀਏ ਕਿਉਂਕਿ ਇਹ ਮੁੱਦੇ ਸਾਡੇ ਨਾਲ ਵੀ ਸੰਬੰਧਿਤ ਨੇ, ਭਾਰਤ ਨਾਲ ਵੀ ਸੰਬੰਧਿਤ ਨੇ, ਕੈਨੇਡਾ ਨਾਲ ਵੀ। ਜੇ ਅਜਿਹਾ ਕੁਝ ਹੋ ਰਿਹਾ, ਇਹ ਰਿਲੇਸ਼ਨ ਬਣਨ ਦੀ ਥਾਂ 'ਤੇ ਵਿਗੜਨਗੇ ਹੀ, ਸੁਭਾਵਿਕ ਹੀ ਹੈ। ਅਤੇ ਦੂਸਰਾ, ਮੀਡੀਆ ਦੇ ਤੌਰ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਆਜ਼ਾਦੀ ਦੇ ਨਾਲ ਬੋਲਣਾ, ਖੁੱਲ੍ਹ ਕੇ ਆਪਣੀ ਗੱਲ ਕਰਨੀ ਹੈ, ਅਤੇ ਫਿਰ ਇਹਨਾਂ ਮੁੱਦਿਆਂ ਨੂੰ ਕਿਉਂ ਲੁਕੋ ਲਿਆ ਜਾਂਦਾ? ਇਹਨਾਂ 'ਤੇ ਗੱਲ ਕਿਉਂ ਨਹੀਂ ਕੀਤੀ ਜਾਂਦੀ? ਇਹਨਾਂ ਦੇ ਬਾਰੇ ਸਹੀ ਜਾਂ ਗਲਤ ਦਾ ਨਿਰਣਾ ਅੰਤ ਦੇ ਵਿੱਚ ਹੋਣਾ। ਅਸੀਂ ਕਿਸੇ ਨੂੰ ਸਰਟੀਫਿਕੇਟ ਜਾਂ ਜੱਜਮੈਂਟ ਦੇਣ ਲਈ ਨਹੀਂ ਬੈਠੇ ਇੱਥੇ ਕਿ ਫਲਾਂ ਵਿਅਕਤੀ ਦੋਸ਼ੀ ਆ ਜਾਂ ਨਿਰਦੋਸ਼ ਨੇ, ਪਰ ਗੱਲ ਤਾਂ ਚਰਚਾ ਤਾਂ ਹੋਵੇ। ਕੋਈ ਚਰਚਾ ਤਾਂ ਕਰਨੀ ਬਣਦੀ। ਇਸੇ ਕਰਕੇ ਮੈਂ ਕਿਹਾ ਸੀ ਗੁਰਦਰ ਸਿੰਘ ਜੀ ਕਿ ਸਾਡੀ ਜ਼ਿੰਮੇਵਾਰੀ ਬਣਦੀ ਘੱਟੋ ਘੱਟ ਕੋਵਿਡ-19 ਦੇ ਸੰਕਟ ਦੇ ਵੇਲੇ ਸਰਕਾਰਾਂ ਦਾ ਪੂਰਾ ਜ਼ੋਰ ਲੱਗਾ ਕਿ ਕੁਝ ਮੁੱਦਿਆਂ ਨੂੰ ਇਗਨੋਰ ਕੀਤਾ ਜਾਵੇ। ਸਾਡਾ ਫਰਜ਼ ਬਣਦਾ ਕਿ ਜਿੱਥੇ ਉਹ ਇਹ ਜ਼ੋਰ ਲਾ ਰਹੇ, ਅਸੀਂ ਲੋਕਾਂ ਨੂੰ ਨਾਲ ਦੱਸੀ ਚੱਲੀ ਕਿ ਆਹ ਮੁੱਦੇ ਵੀ ਨੇ, ਬਿਲਕੁਲ ਇੱਥੇ ਵੀ ਧਿਆਨ ਦਿਓ। ਕੋਵਿਡ-19 ਦੀ ਦਹਿਸ਼ਤ ਦੇ ਹੇਠਾਂ ਸਾਰਾ ਕੁਝ ਲੁਕ ਜਾਵੇ, ਇਹ ਗੱਲ ਮੁਨਾਸਿਬ ਨਹੀਂ, ਕਿਉਂਕਿ ਇਹ ਉਹਨਾਂ ਨੂੰ ਫਿੱਟ ਆਉਂਦੀ ਹੈ।
ਸਰਕਾਰਾਂ ਚਾਹੁੰਦੀਆਂ ਗੱਲ ਹੀ ਨਾ ਹੋਵੇ ਜੀ। ਹੁਣ ਆਹ ਜਿਹੜਾ ਕੇਸ ਸਾਡੇ ਸਾਹਮਣੇ ਆਇਆ ਇੱਕ ਪਾਰਟਿਕੂਲਰ ਕੇਸ, ਇਸ ਦੇ ਵਿੱਚ ਬਕਾਇਦਾ ਇਹ ਪੂਰਾ ਤੱਥ ਸਾਡੇ ਕਲੀਅਰ ਹੋਣੇ ਚਾਹੀਦੇ ਕਿ ਬੰਦਾ ਕੌਣ ਹੈ। ਹਾਂਜੀ, ਉਹਦਾ ਇੱਕ ਕਾਰਨ ਹੋਰ ਵੀ ਹੈ। ਹਾਂਜੀ, ਨਾ ਸਿਰਫ ਦੋ ਦੇਸ਼ਾਂ ਦੇ ਸੰਬੰਧਾਂ ਦਾ ਮਾਮਲਾ ਹੈ, ਇਹ ਸਾਡੇ ਭਾਈਚਾਰੇ ਦੀ ਵੀ ਸਮੱਸਿਆ, ਕਿਉਂਕਿ ਅਸੀਂ ਵੇਖੀਏ ਜਦੋਂ ਤਾਰਾ ਸਿੰਘ ਹੇਰ ਦਾ ਮਰਡਰ ਹੋਇਆ ਜੀ, ਅੱਜ ਤੱਕ ਗੱਲ ਸੋਲਵ ਨਹੀਂ ਹੋਈ ਕਿ ਕਤਲ ਕਿਹਨੇ ਕੀਤਾ, ਮਕਸਦ ਕੀ ਸੀਗਾ। ਹਾਂ, ਕਿਉਂਕਿ ਪਰਿਵਾਰ ਦੇ ਕਹਿੰਦਾ ਜੀ ਉਹ 에ਅਰ ਇੰਡੀਆ ਦੇ 332ਵੇਂ ਵਿਕਟਿਮ ਸੀਗੇ, ਕਿਉਂਕਿ 에ਅਰ ਇੰਡੀਆ 'ਚ ਗਵਾਹੀ ਦੇਣੀ ਸੀ ਉਹਨਾਂ ਨੇ, ਜਦੋਂ ਕਿ ਤਲਵੰਦਰ ਸਿੰਘ ਪਰਮਾਰ ਨੂੰ ਜ਼ਿੰਦਾ ਸੀ ਉਹਨਾਂ ਨੇ ਖਿਤਾਬ ਦਿੱਤਾ ਸੀ ਆਪਣੇ ਸਮਿਆਂ ਦੇ ਵਿੱਚ। ਬਿਲਕੁਲ। ਸੋ ਇਹ ਉਪਾਧੀ ਜਿਹੜੀ ਦਿੱਤੀ ਗਈ ਹੈ ਕਿਸ ਖੁਸ਼ੀ ਦਿੱਤੀ ਗਈ ਹੈ ਉਹ ਦੱਸਣ। ਠੀਕ ਹੈ, ਮੰਨ ਸਕਦੇ ਗਵਾਹੀ ਉਹਨਾਂ ਨੇ ਦੇਣੀ ਹੋਣੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਕਿ ਉਸ ਕੇਸ ਦੇ ਵਿੱਚ ਜਦੋਂ ਕੁਝ ਸੋਲਵ ਹੀ ਨਹੀਂ ਹੋਇਆ, ਭਾਈਚਾਰੇ 'ਚ ਟੈਨਸ਼ਨ ਪਈ ਰਹੀ, ਫਲਾਣਾ ਅੱਤਵਾਦੀ, ਫਲਾਣਾ ਦਹਿਸ਼ਤਗਰਦ, ਫਲਾਣਾ ਇਹ ਫਲਾਣਾ ਉਹ, ਨੁਕਸਾਨ ਤਾਂ ਕਮਿਊਨਿਟੀ ਦਾ ਹੀ ਹੋਇਆ ਇੰਨੇ ਸਾਲਾਂ ਤੋਂ। ਬਿਲਕੁਲ। ਹੁਣ ਵੀ ਜਦੋਂ ਇਹ ਕਿਸੇ ਵਿਅਕਤੀ ਦਾ ਨਾਂ ਉਛਲਿਆ, ਹਾਲਾਂਕਿ ਨਾਂ ਉਹਦਾ ਜ਼ਿਕਰ ਹੀ ਹੋਇਆ, ਨਾਂ ਵੀ ਨਹੀਂ ਆਇਆ, ਮਤਲਬ A-B ਦੇ ਨਾਂ ਤੇ ਨਾਂ ਉਛਲਿਆ, ਫਰਜ਼ੀ ਨਾਂ, ਉਹਨੂੰ ਲੈ ਕੇ ਉਂਗਲਾਂ ਉੱਠਣਗੀਆਂ, ਕੋਈ ਅਲਕਲ ਬੱਚੂ ਲਾਊਗਾ, ਫਲਾਣਾ ਹੋਊਗਾ ਜਾਂ ਧਮਕਾਣਾ ਹੋਊਗਾ। ਹਾਂ, ਭਾਈਚਾਰੇ 'ਚ ਕੁੜੱਤਣ ਹੋਰ ਪੈਦਾ ਹੋਊਗੀ, ਸ਼ੰਕਾਵਾਂ ਵਧਣਗੀਆਂ, ਤੇ ਸਾਡੇ ਭਾਈਚਾਰੇ ਦੇ ਸਿਰ ਤੇ ਤਲਵਾਰ ਲਟਕਦੀ ਰਹੂਗੀ ਸਦਾ ਹੀ, ਚਾਹੇ 에ਅਰ ਇੰਡੀਆ ਕਾਂਡ ਦੀ ਗੱਲ ਕਰ ਲਓ, ਚਾਹੇ ਆਹ ਵਾਲੇ ਕਾਂਡ ਦੀ ਗੱਲ ਕਰ ਲਓ। ਇਸ ਕਰਕੇ ਜ਼ਰੂਰੀ ਹੈ ਕਿ ਇਹ ਜਿਹੜਾ ਨਿਸ਼ਾਨਦੇਹੀ ਹੋਵੇ, ਸੱਚਾਈ ਸਾਹਮਣੇ ਆਵੇ ਲੋਕਾਂ ਦੇ। ਔਰ ਜਿਹੜਾ ਤੰਦੂਆ ਜਾਲ ਜਿਹੜਾ ਇੱਥੇ ਚੱਲਿਆ ਹੋਇਆ ਜੀ, ਕੋਈ ਇੱਥੇ ਗਿਆਨੀ ਧਿਆਨੀ ਬਣਿਆ ਫਿਰਦਾ ਜੀ, ਕੋਈ ਇੱਥੇ ਹਿੰਦੂ ਸਿੱਖ ਫੋਰਮ ਚਲਾਈ ਫਿਰਦਾ, ਇਹ ਜਿਹੜੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਆੜ ਹੇਠਾਂ ਕੋਈ ਕਾਰਨ ਨਿਵੀਸ ਬਣਿਆ ਫਿਰਦਾ। ਹਾਂ, ਤੇ ਇਹਨਾਂ ਲੋਕਾਂ ਨੂੰ ਨਿਸ਼ਾਨਦੇਹੀ ਕਰੋ ਕਿ ਜੇ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਕਿਸੇ ਏਜੰਸੀ ਦੇ ਨਾਲ, ਇਹਨਾਂ ਦਾ ਬੋਰੀ ਬਿਸਤਰਾ ਗੋਲ ਕਰੋ ਔਰ ਭਾਰਤ ਵਾਪਸ ਭੇਜਿਆ ਜਾਵੇ ਜੀ। ਇਸ ਕਿਸਮ ਦੀ ਕਾਰਵਾਈ ਇੱਥੇ ਕਰਨੀ ਪੈਣੀ, ਤਾਂ ਜਾ ਕੇ ਕੰਮ ਲੋਟ ਆਊਗਾ। ਅਦਰਵਾਈਜ਼ ਜਿਸ ਤਰ੍ਹਾਂ ਦਾ ਇਹ ਚੱਲ ਰਿਹਾ ਤੰਦੂਆ ਜਾਲ ਦਾ ਕੰਮ, ਇਹ ਕੰਮ ਸਾਡੇ ਵੱਸੋਂ ਬਾਹਰ ਹੋ ਜਾਣੀ ਕਦੇ ਵਾਰੀ। ਇਸ ਦੇ ਉੱਤੇ ਗੌਰ ਕੀਤਾ ਜਾਵੇ, ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ। ਜਿਹੜੀ ਖਾਸ ਕਰਕੇ ਤੁਸੀਂ ਜਿਸ ਤਰ੍ਹਾਂ ਇਸ਼ਾਰਾ ਕੀਤਾ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਕਨਫਿਊਜ਼ਿੰਗ ਸਿਚੁਏਸ਼ਨ ਹੈ, ਲੋਕਾਂ ਨੂੰ ਕਿਸ ਕਿਸਮ ਦਾ ਜਿਹੜਾ ਕਿਉਂਕਿ ਇਹ ਭਰਮ ਪੈਦਾ ਕਰ ਦੇਣਾ ਵੀ ਬਹੁਤ ਵੱਡੀ ਸ਼ਰਾਰਤ ਹੁੰਦੀ ਹੈ ਕਿ ਹਰ ਬੰਦਾ ਦੂਜੇ ਨੂੰ ਕਹੀ ਜਾਵੇ ਇਹ ਹਕੂਮਤਾਂ ਲਈ ਕੰਮ ਕਰਦਾ ਹੈ, ਇਹ ਗਦਾਰ ਹੈ, ਕਿਉਂਕਿ ਗਦਾਰ ਦਾ ਮਿੰਟ ਦੇ ਵਿੱਚ ਖਿਤਾਬ ਦੇ ਦਿੱਤਾ ਜਾਂਦਾ, ਇਹ ਸਰਕਾਰੀ, ਇਹ ਟਾਊਟ ਹੈ, ਸਰਕਾਰ ਦਾ ਏਜੰਟ ਹੈ ਜਾਂ ਹੋਰ ਹੈ। ਜੇ ਹੁਣ ਇਹ ਨਹੀਂ ਚਾਹੁੰਦਾ, ਮੀਡੀਆ ਨਹੀਂ ਚਾਹੁੰਦਾ, ਖਾਸ ਤੌਰ 'ਤੇ ਮੀਡੀਆ ਜੇ ਚਾਹੁੰਦਾ ਨਹੀਂ ਕਿ ਸਾਡੇ 'ਤੇ ਉਂਗਲ ਨਾ ਉੱਠੇ, ਜੇ ਮੀਡੀਆ ਨਹੀਂ ਚਾਹੁੰਦਾ ਕਿ ਸਾਡੇ ਪੱਤਰਕਾਰ ਜਾਂ ਸਾਡੇ ਜਿਹੜਾ ਚੈਨਲ ਆ ਜਾਂ ਸਾਡੀ ਭਰੋਸੇਯੋਗਤਾ ਬਣੀ ਰਹੇ, ਤਾਂ ਫਿਰ ਇਸ ਵੇਲੇ ਉਹਨਾਂ ਦਾ ਫਰਜ਼ ਬਣਦਾ ਭਾਈ ਦੱਸੋ ਕਿਉਂ ਨਹੀਂ। ਤਾਂ ਹਰ ਕੋਈ ਵਿਅਕਤੀ ਦੂਜੇ ਨੂੰ ਸ਼ੱਕ, ਨਾ ਸਿਰਫ ਸ਼ੱਕ ਹੀ ਪੈਦਾ ਹੋਏਗੀ ਬਲਕਿ ਇਸ ਦੇ ਨਤੀਜੇ ਖਤਰਨਾਕ ਵੀ ਹੋ ਸਕਦੇ ਨੇ। ਦੇਖੋ, ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੂੰਗਾ ਖੁੱਲ੍ਹ ਜਾ ਕੇ, ਕਿਉਂਕਿ ਤੁਸੀਂ ਵੀ ਪ੍ਰਧਾਨ ਰਹੇ ਹੋ ਪ੍ਰੈਸ ਕਲੱਬ ਦੇ BC ਦੇ, ਅੱਜ ਦੀ ਤਰੀਕ 'ਚ ਮੈਂ ਮੀਤ ਪ੍ਰਧਾਨ ਹਾਂ, ਨਵਜੋਤ ਢਿੱਲੋਂ ਜੀ ਪ੍ਰਧਾਨ ਨੇ। ਮੈਨੂੰ ਲੱਗਦਾ ਕਿ ਸਾਨੂੰ ਘੱਟੋ ਘੱਟ ਇਸ ਦੇ ਉੱਤੇ ਵਿਚਾਰ ਕਰਕੇ ਸਟੇਟਮੈਂਟ ਦੇਣੀ ਚਾਹੀਦੀ ਹੈ ਆਪਣੇ ਤੌਰ ਤੇ, ਕਿ ਪ੍ਰੈਸ ਕਲੱਬ ਦੀ ਜ਼ਿੰਮੇਵਾਰੀ ਇਹ ਬਣਦੀ ਹੈ, ਅਸੀਂ ਇਸ ਤੇ ਸਵਾਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਦੱਸਿਆ ਜਾਵੇ ਕਿ ਪੱਤਰਕਾਰ ਕੌਣ ਹੈ। ਜੇ ਕਿਸੇ ਕਾਰਨ ਤੁਸੀਂ ਨਹੀਂ ਵੀ ਦੱਸ ਸਕਦੇ, ਘੱਟੋ ਘੱਟ ਸਪਸ਼ਟ ਕੀਤਾ ਜਾਵੇ ਕਿ ਇਹ ਕਹਾਣੀ ਹੈ, ਕਿੱਸਾ ਕੀ ਹੈ, ਕਿਉਂਕਿ ਜਿਹੜੀਆਂ ਸ਼ੰਕਾਵਾਂ ਇੱਕ ਦੂਜੇ ਦੇ ਉੱਤੇ ਤੋਹਮਤਬਾਜ਼ੀ ਜਿਹੜੀ ਹੋਣੀ ਹੈ, ਮੀਡੀਆ ਵਾਰ ਹੋ ਸਕਦੀ ਹੈ, ਅਸੀਂ ਸਾਨੂੰ ਉਸ ਤੋਂ ਲੈ ਕੇ ਤੌਖ ਲੈਣੇ। ਸੋ ਇਹ ਪਹਿਲਾਂ ਵੀ ਹੁੰਦਾ ਰਿਹਾ, ਅਗਾਂਹ ਨਾ ਹੋਵੇ। ਇਸ ਗੱਲ ਲਈ ਯਕੀਨੀ ਬਣਾਇਆ ਜਾਵੇ ਕਿ ਇਸ ਦੀ ਪੂਰਨ ਛਾਣ ਕਰਕੇ ਅਸਲ ਜਿਹੜੇ ਲੋਕ ਨੇ ਉਹ ਚਿਹਰੇ ਨੰਗੇ ਕੀਤੇ ਜਾਣ ਉਹਨਾਂ ਦੇ। ਸਾਡੇ 'ਚ ਪੱਤਰਕਾਰ ਕਈ ਮੌਜੂਦ ਨਹੀਂ। ਮੈਨੂੰ ਯਾਦ ਹੈ ਕਿ ਜਦੋਂ 에ਅਰ ਇੰਡੀਆ ਦੇ ਬਾਰੇ ਗਵਾਹੀਆਂ ਦਾ ਦੌਰ ਚੱਲਦਾ ਸੀ ਤੇ ਖਾਸ ਤੌਰ 'ਤੇ ਉਹਨਾਂ ਪੱਤਰਕਾਰਾਂ ਬਾਰੇ ਇਹ ਗੱਲ ਵਿਅਕਤੀ ਵਿਸ਼ੇਸ਼ ਬਾਰੇ ਕੀਤੀ ਜਾਂਦੀ ਸੀ ਕਿ RCMP ਲਈ ਵੀ ਕੰਮ ਕਰ ਰਹੇ ਆ, ਇਹ CISR ਲਈ ਕੰਮ ਕਰ ਰਹੇ ਆ, ਇਹ ਦੂਸਰੇ ਪਾਸੇ ਇੰਡੀਅਨ ਏਜੰਸੀ ਲਈ ਵੀ ਕੰਮ ਕਰਦੇ ਆ, ਡਬਲ ਏਜੰਟੀ ਕਰ ਰਹੇ ਆ, ਤੇ ਉਹ ਬੰਦੇ ਮੀਡੀਆ ਦੇ ਵਿੱਚ ਸਰਗਰਮ ਵੀ ਰਹੇ। ਉਹ ਬਾਅਦ ਦੇ ਵਿੱਚ ਜਿਹੜੀਆਂ ਤੂਹਮਤਾਂ ਜਿਸ ਕਿਸਮ ਦੀਆਂ ਚੱਲਦੀਆਂ ਜਾਂ ਇਹ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ, ਇਸ ਕਰਕੇ ਹੀ ਪੈਦਾ ਹੁੰਦਾ ਕਿਉਂਕਿ ਸੱਚਾਈ ਪੂਰੀ ਸਾਹਮਣੇ ਨਹੀਂ ਆਉਂਦੀ। ਪਰ ਸੱਚਾਈ ਲਿਆਉਣੀ ਕਿੰਨੇ, ਗੁਰਵਿੰਦਰ ਸਿੰਘ ਜੀ, ਸਰਕਾਰਾਂ ਨੇ ਜੀ, RCMP CISR ਨੇ ਲਿਆਉਣੀ ਹੈ, ਜਿਨ੍ਹਾਂ ਦਾ ਕੰਮ ਹੈ ਲੋਕਾਂ ਸਾਹਮਣੇ ਸੱਚਾਈ ਲਿਆ ਕੇ ਰੱਖਣਾ। ਮੀਡੀਆ ਨੇ ਤਾਂ ਆਪਣਾ ਉਹ ਦਸਤਾਵੇਜ਼ ਲਿਆ ਕੇ ਸਾਹਮਣੇ ਰੱਖਤਾ ਜੀ, ਪਰ ਕਿਉਂਕਿ ਨਾ ਜਗ ਜ਼ਾਹਰ ਨਹੀਂ ਹੋਇਆ, ਸੋ ਅਟਕਲ ਬੱਚੂ ਲੱਗਣਗੇ, ਕੋਈ ਕਿਸੇ ਨੂੰ ਟਾਊਟ ਕਹੂਗਾ, ਕਿਸੇ ਨੂੰ ਸਰਕਾਰੀਆ ਕਹੂਗਾ। ਬਿਲਕੁਲ। ਸੋ ਇਹ ਗੱਲਾਂ ਦੇ ਨਾਲ ਕੁੜੱਤਣ ਵਧੂਗੀ। ਸੋ ਇਹ ਜ਼ਰੂਰੀ ਹੈ ਕਿ ਇਹ ਜਿਹੜਾ ਇਸ ਕੇਸ ਦਾ ਨਿਬੇੜਾ ਹੋਵੇ। ਪਰ ਮੈਂ ਇਹ ਕਹਿੰਦਾ ਕਿ ਸਿਰਫ ਇਸ ਇਕੱਲੇ ਕੇਸ ਦੀ ਇਨਕੁਆਇਰੀ ਨਹੀਂ ਚਾਹੀਦੀ, ਇਨਕੁਆਇਰੀ ਓਵਰਆਲ ਚਾਹੀਦੀ ਕਿ ਇੰਡੀਆ ਵੱਲੋਂ ਜਿਹੜੀ ਘੁਸਪੈਠ ਇੱਥੇ ਹੋ ਰਹੀ ਹੈ, ਸਾਡੇ ਭਾਈਚਾਰੇ ਦੇ ਜਿਹੜੇ ਲੋਕ ਵੀ ਪੀੜਤ ਹੋ ਚੁੱਕੇ ਨੇ, ਜਿਨ੍ਹਾਂ ਦੇ ਨਾਂ ਕਾਲੀਆਂ ਸੂਚੀਆਂ 'ਚ ਪੈ ਗਏ, ਨੋ ਫਲਾਈ ਲਿਸਟਾਂ 'ਚ ਪੈ ਗਏ ਜਾਂ ਕੁਝ ਵੀ ਹੋਇਆ ਜੀ, ਉਹਨਾਂ ਦੇ ਬਿਆਨ ਦਰਜ ਕੀਤੇ ਜਾਣ। ਉਹਨਾਂ ਨੂੰ ਕਿਹਨਾਂ ਲੋਕਾਂ ਤੇ ਸ਼ੰਕਾਵਾਂ ਨੇ, ਕਿਹੜੇ ਵਿਅਕਤੀ ਨੇ ਕਿਸੇ ਵੇਲੇ ਉਹਨਾਂ ਨੂੰ ਧਮਕੀ ਦਿੱਤੀ, ਕਿਹੜੀ ਗੱਲ ਤੇ ਲੜਾਈ ਹੋਈ, ਉਸ ਵਿਅਕਤੀ ਦੇ ਅਗਾਂਹ ਤਾਰ ਕਿਹਦੇ ਨਾਲ ਜੁੜੇ ਹੋਏ ਨੇ ਜੀ, ਜਾਂ ਕਿਹੜਾ ਡਿਪਟੀ ਕੌਂਸਲ ਜਾਂ ਕੌਂਸਲ ਜਨਰਲ ਹੈ ਸੀ ਜਿਹੜਾ ਜਿਸ ਦੀ ਦਖਲਅੰਦਾਜ਼ੀ ਹੋਈ ਹੈ ਜੀ, ਇਲੈਕਸ਼ਨਾਂ ਵੇਲੇ ਉਹਨਾਂ ਦਾ ਰੋਲ ਕਿਹੋ ਜਿਹਾ ਸੀ। ਇਹ ਸਾਰੀਆਂ ਗੱਲਾਂ ਦਾ ਡਾਕੂਮੈਂਟੇਸ਼ਨ ਕਰਨਾ ਬਹੁਤ ਜ਼ਰੂਰੀ ਹੈ। ਜੇ ਡਾਕੂਮੈਂਟੇਸ਼ਨ ਉਸਦੀ ਹੋਏਗੀ ਤਾਂ ਜਾ ਕੇ ਕਿਸੇ ਪਾਸੇ ਗੱਲ ਲੱਗੇਗੀ, ਕਿਉਂਕਿ ਇਹ ਜਦੋਂ ਤੱਕ ਇਹ ਸਾਰੀਆਂ ਜਿਹੜੇ ਬਿੰਦੂ ਨੇ ਜੋੜੇ ਨਹੀਂ ਜਾਂਦੇ ਆਪਸ 'ਚ ਜੀ, ਉਦੋਂ ਤੱਕ ਇਹ ਰਹੱਸ ਬਣਿਆ ਰਹੂਗਾ।
ਤੇ ਇਸੇ ਤਰ੍ਹਾਂ ਅਸੀਂ ਚਰਚਾ ਕਰਦੇ ਰਵਾਂਗੇ। 2-4 ਦਿਨ ਚਰਚਾ ਚੱਲੂਗੀ, ਸਨਸਨੀਖੇਜ਼ਵਾਦ ਨੂੰ ਹਵਾ ਮਿਲੇਗੀ, ਉਸ ਤੋਂ ਬਾਅਦ ਗੱਲ ਖਤਮ ਹੋ ਜਾਊਗੀ। ਜੀ ਜੀ। ਸੋ ਇਹ ਜਿਹੜਾ ਸਿਲਸਿਲਾ ਇਸ ਦੇ ਲਈ ਜ਼ਰੂਰੀ ਹੈ ਕਿ ਕਿਸੇ ਪਾਸੇ ਇਹ ਗੱਲ ਲੱਗੇ। ਪਬਲਿਕ ਇਨਕੁਆਇਰੀ ਬਹੁਤ ਜ਼ਰੂਰੀ ਹੈ। ਸੋ ਜਿਹੜਾ ਪੁਆਇੰਟ ਖਾਸ ਕਰਕੇ ਇਸ ਪਬਲਿਕ ਇਨਕੁਆਇਰੀ ਲਈ ਦਬਾਅ ਪਾਉਣ ਵਾਲਾ ਹੈ, ਇੱਕ ਤਾਂ ਮੀਡੀਆ ਆਪ ਖੁਦ ਇਸ ਗੱਲ ਨੂੰ ਅੱਗੇ ਲਿਆਵੇ, ਇਹ ਪੁਆਇੰਟ ਹੋ ਗਿਆ। ਦੂਸਰਾ ਇਹ ਹੈ ਕਿ ਜਿਹੜੀਆਂ ਸਰਕਾਰਾਂ ਦੀ ਆਪੋਜੀਸ਼ਨ ਜਿਹੜੇ ਬੈਠੇ ਆ ਗਰੁੱਪ ਜਾਂ ਸਰਕਾਰਾਂ ਦੇ ਵਿਰੋਧੀ ਧਿਰਾਂ ਜਿਹੜੀਆਂ, ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਇਸ ਦੇ ਵਾਸਤੇ ਮੰਗ ਕਰਨ ਕਿ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮੁਦਾਖਲਤ ਹੈ, ਅਣਐਲਾਨੇ ਜਿਹੜੇ ਆ ਸਰਕਾਰੀ ਕਿਸੇ ਮੁਲਕ ਦੇ ਜਿਹੜੇ ਆ ਉਹਨਾਂ ਦੇ ਲਈ ਕੰਮ ਕਰਦੇ ਵਿਅਕਤੀ ਆ, ਉਹਨਾਂ ਦੇ ਏਜੰਟ ਆ, ਇਸ ਤਰ੍ਹਾਂ ਕਰ ਰਹੇ ਆ, ਉਹਨਾਂ ਦੇ ਬਾਰੇ ਜ਼ਾਹਰ ਹੋਣਾ ਚਾਹੀਦਾ। ਦੇਖੋ ਜਿਹੜਾ ਗੁਰਦੇਵ ਸਿੰਘ ਤੁਹਾਨੂੰ ਯਾਦ ਹੋਣਾ, ਜਗਮੀਤ ਸਿੰਘ ਨੇ ਤਾਂ ਬਕਾਇਦਾ ਪਟੀਸ਼ਨ ਚਲਾਈ, ਮੰਗ ਵੀ ਕੀਤੀ ਜਦੋਂ ਜਸਟਿਨ ਟਰੂਡੋ ਦੀ ਫੇਰੀ ਵੇਲੇ ਰੌਲਾ ਪਿਆ ਸੀ। ਜੀ। ਪਰ ਉਹ ਕੁਝ ਬਣਿਆ ਨਹੀਂ। ਪਟੀਸ਼ਨ ਨੂੰ ਲੋਕਾਂ ਨੇ ਹੁੰਗਾਰਾ ਦਿੱਤਾ, ਉਹਨਾਂ ਨੇ ਮੰਗ ਵੀ ਰੱਖੀ, ਪਰ ਉਸ ਮੰਗ ਦਾ ਕੱਖ ਨਹੀਂ ਬਣਿਆ। ਜੀ। ਜਿਹੜੀ ਆਪੋਜੀਸ਼ਨ ਹੈ ਉਹਦੇ ਵਿੱਚ ਵੀ ਕਈ ਵਾਰੀ ਇਹ ਦੇਖਣ ਚ ਆਇਆ ਕਿ ਜਿਹੜੀ ਹੁਣ ਟੋਰੀ ਪਾਰਟੀ ਹੈ, ਲੰਮਾ ਸਮਾਂ ਉਸਨੇ ਰਾਜ ਵੀ ਕਰ ਕੀਤਾ, ਉਹਨਾਂ ਦੀਆਂ ਰੁਚੀਆਂ ਹੋਰ ਤਰ੍ਹਾਂ ਨੇ। ਉਹ ਦਿੱਲੀ ਨਾਲ ਸੰਬੰਧ ਹੋਰ ਵੀ ਗੂੜੇ ਕਰਨਾ ਚਾਹੁੰਦੇ ਨੇ। ਜੇ ਟਰੂਡੋ ਹੁਣੀ ਮੱਧ ਮਾਰਗੀ ਕਹੇ ਜਾ ਸਕਦੇ ਨੇ ਇਸ ਮੌਕੇ ਤੇ ਕਿ ਜੇ ਬਹੁਤੇ ਉਹਨਾਂ ਦੇ ਸੰਬੰਧ ਗੂੜੇ ਨਹੀਂ ਤੇ ਬਹੁਤੇ ਸੁਖਾਵੇਂ ਵੀ ਨਹੀਂ। ਜੀ। ਦੂਜੇ ਪਾਸੇ ਟੋਰੀ ਉਹਨਾਂ ਨਾਲੋਂ ਕਿਤੇ 2 ਕਦਮ ਅੱਗੇ ਹੈ। ਸੋ ਉਸ ਪਾਸੇ ਆਪੋਜੀਸ਼ਨ ਵੀ ਵੰਡੀ ਹੋਈ ਹੈ। ਇਹ ਤਾਂ ਕੈਨੇਡੀਅਨ ਜਿਹੜੇ ਸਿਆਸਤਦਾਨ ਨੇ, ਡਜ਼ਨਟ ਮੈਟਰ ਜਿਹੜੀ ਮਰਜ਼ੀ ਪਾਰਟੀ ਦੇ ਹੋਣ, ਇੱਕ ਗੱਲ ਤੇ ਉਹਨਾਂ ਨੂੰ ਇੱਕਮਤ ਹੋਣਾ ਪੈਣਾ ਕਿ ਸਾਡੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹ ਸਾਡੇ ਮੁਲਕ ਦੀ ਪ੍ਰਭੂ ਸੱਤਾ ਦਾ ਮਾਮਲਾ ਹੈ। ਬਿਲਕੁਲ। ਭਾਵੇਂ ਕੋਈ ਮੁਲਕ ਹੋਵੇ, ਕੱਲਾ ਇੰਡੀਆ ਨਹੀਂ, ਚੀਨ ਹੋਵੇ, ਜਿਹੜਾ ਮਰਜ਼ੀ ਹੋਵੇ, ਜਿਹੜਾ ਵੀ ਇੱਥੇ ਜਸੂਸੀ ਕਰੂਗਾ ਅਸੀਂ ਉਸ ਦੇ ਖਿਲਾਫ ਕਾਰਵਾਈ ਕਰਾਂਗੇ ਔਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਮੈਂ ਇਹੋ ਜਿਹੀ ਕੋਈ ਸਟੇਟਮੈਂਟ ਅਜੇ ਤੱਕ ਮੈਂ ਵੇਖੀ ਨਹੀਂ ਇਹਨਾਂ ਦਿਨਾਂ 'ਚ ਕੋਈ ਠੋਕ ਕੇ ਕਿਸੇ ਨੇ ਦਿੱਤੀ ਹੋਵੇ। ਸੋ ਮਲਵੀ ਅਜੀਬ ਨਾਲ ਬਿਆਨ ਦੇ ਦਿੰਦੇ ਜੀ। ਪਹਿਲਾਂ ਦਖਲਅੰਦਾਜ਼ੀ ਦੀ ਚੱਲਦੇ ਆ, ਕੋਈ ਨਿਕੰਮੀ ਜੀ ਰਿਪੋਰਟ ਕੱਢੀ ਟੈਰਰਿਜ਼ਮ ਬਾਰੇ, ਉਹਦੇ ਕੀ ਨਿਕਲਿਆ, ਰਸਵਾਈ ਆਪਣੀ ਕਰਵਾਈ। ਜੀ ਜੀ। ਮਗਰ ਮਾਫੀਆਂ ਵੀ ਮੰਗ ਲਈਆਂ, ਗੰਡੇ ਵੀ ਖਾ ਲਏ, 100 ਬੈਠਕਾਂ ਵੀ ਕੱਢ ਲਈਆਂ, ਉਹ ਕੰਮ ਹੋਇਆ ਇਹਨਾਂ ਦਾ। ਜੀ ਜੀ ਜੀ। ਸੋ ਮੇਰਾ ਮਤਲਬ ਕਹਿਣ ਦਾ ਕਿ ਇਹ ਬਾਰ-ਬਾਰ ਹੋ ਰਿਹਾ। ਇਸ ਗੱਲ ਨੂੰ ਕਿਸੇ ਪਾਸੇ ਲਾਉਣ ਲਈ ਘੱਟੋ ਘੱਟ ਜਿਹੜੀ ਉਹ ਆਪੋਜੀਸ਼ਨ ਐਨਡੀਪੀ ਨੇ ਪਟੀਸ਼ਨ ਚਲਾਈ ਸੀ ਉਸ ਤੇ ਗੌਰ ਕਰ ਲੈਣ। ਜੀ ਜੀ ਜੀ। ਜਿਹੜੇ ਹਜ਼ਾਰਾਂ ਲੋਕਾਂ ਨੇ ਦਸਤਖਤ ਕੀਤੇ ਉਹਨਾਂ ਦੀ ਗੱਲ, ਉਹਨਾਂ ਦੀ ਮੰਗ ਤੇ ਗੌਰ ਕੀਤਾ ਜਾਵੇ। ਉਹ ਪਟੀਸ਼ਨ ਆਈ, ਸਾਈਨ ਹੋਈ, ਮੁੜ ਕੇ ਗੱਲ ਆਈ ਗਈ ਹੋ ਗਈ, ਅੱਜ ਸਾਰੇ ਭੁਲਾਈ ਬੈਠੇ ਨੇ। ਜੀ ਜੀ। ਹੁਣ ਕੋਵਿਡ-19 ਦੀ ਗੱਲ ਚੱਲ ਪਈ ਹੈ, ਵਿੱਚ ਆਹ ਨਵਾਂ ਕਿੱਸਾ ਆ ਗਿਆ। ਹੁਣ ਲੋਕ ਕਹਿੰਦੇ ਇਹਦੀ ਵੀ ਗੱਲ ਨਾ ਕਰੋ, ਹੁਣ ਕੋਵਿਡ-19 ਦੀ ਹੀ ਗੱਲ ਕਰੋ। ਜੀ। ਸੋ ਮੈਨੂੰ ਸਮਝ ਨਹੀਂ ਆਉਂਦੀ ਆਪਾਂ ਕੀ ਕਹਿ ਸਕਦੇ ਹਾਂ ਇਸ ਬਾਰੇ। ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਹੁਣੇ ਟੱਚ ਕੀਤੀ ਹੈ ਉਹ ਹੈ ਸੋਵਰਨਟੀ ਦੀ। ਸੋਵਰਨ ਨੇਸ਼ਨ ਜਿਹੜਾ ਦੇਸ਼ ਹੈ, ਕੋਈ ਵੀ ਕਿਸੇ ਵੀ ਕਿਸਮ ਦੀ ਕਿਸੇ ਵੀ ਅਣਐਲਾਨੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦਾ, ਕਿਉਂਕਿ ਉਸ ਦੇ ਜਿਹੜੇ ਆਪਣੀ ਪ੍ਰਭੂ ਸੱਤਾ, ਉਸ ਦੀ ਸੋਵਰਨਟੀ ਨੂੰ ਸਿੱਧੀ ਚੁਣੌਤੀ ਹੈ। ਹੁਣ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ, ਇਹਨਾਂ ਦੇ ਬਾਰੇ ਕਾਨੂੰਨ ਵੀ ਬਣੇ ਹੋਏ ਨੇ। ਆਪਾਂ ਇਹ ਵੀ ਕਹਿੰਦੇ ਕਿ ਇਹਨਾਂ ਦੇ ਪਿਛਲੇ ਸਮੇਂ ਦੌਰਾਨ ਐਕਸ਼ਨ ਵੀ ਹੋਏ ਨੇ, ਕੈਨੇਡਾ ਹੀ ਨਹੀਂ ਵੱਖ-ਵੱਖ ਦੇਸ਼ਾਂ ਨੇ ਵੀ ਐਕਸ਼ਨ ਕੀਤੇ ਨੇ। ਹੁਣ ਜਦੋਂ ਇਹ ਗੱਲ ਇਮੀਗ੍ਰੇਸ਼ਨ ਲੈਣ ਵਾਸਤੇ ਵਿਅਕਤੀ ਨੇ ਰਿਪੋਰਟ ਆਪਣੀ ਦਿੱਤੀ, ਉਸ ਪੱਤਰਕਾਰ ਨੇ, ਹੁਣ ਇੱਕ ਪਾਸੇ ਉਸ ਪੱਤਰਕਾਰ ਦਾ ਪਰਿਵਾਰ ਦੇ 2 ਮੈਂਬਰ, ਉਸ ਦੀ ਪਤਨੀ ਤੇ ਉਸ ਦਾ ਬੱਚਾ ਇੱਕ, ਉਹ 2 ਇੱਥੋਂ ਦੇ ਨਾਗਰਿਕ ਨੇ। ਇਹ ਗੱਲ ਜ਼ਾਹਰ ਉਹਨਾਂ ਨੇ ਕੀਤੀ ਹੈ ਰਿਪੋਰਟ ਦੇ ਵਿੱਚ, ਤੇ ਖੁਦ ਆਪ ਇੱਥੇ ਆਉਂਦਾ ਜਾਂਦਾ ਤਾਂ ਹੀ ਸੰਬੰਧ ਬਣਾਏ ਨੇ। ਹੁਣ ਜਦੋਂ ਇਸ ਤਰ੍ਹਾਂ ਦੀ ਸੋਵਰਨਟੀ ਨੂੰ ਸਿੱਧਾ ਚੈਲੰਜ ਹੈ ਕਿ ਸਿਰਫ ਇਹ ਇੰਨਾ ਹੀ ਬਹੁਤ ਹੈ ਕਿ ਤੈਨੂੰ ਅਸੀਂ ਇਮੀਗ੍ਰੇਸ਼ਨ ਨਹੀਂ ਦੇਣੀ, ਜਾਂ ਇਸ ਤੋਂ ਅਗਲਾ ਸਟੈਪ ਇਹ ਵੀ ਹੈ ਕਿਉਂਕਿ ਤੂੰ ਇਹ ਕੰਮ ਕੀਤਾ ਹੁਣ ਇਸ ਦੇ ਲਈ ਕਾਨੂੰਨਨ ਤੌਰ ਤੇ ਤੇਰੇ ਵਾਸਤੇ ਕੋਈ ਨਾ ਕੋਈ ਇਹ ਤੈਅ ਹੈ ਜਿਸ ਦੇ ਅਨੁਸਾਰ ਤੂੰ ਤੇ ਜਿਹੜੇ ਰਾਸ਼ਟਰ ਨੇ ਤੈਨੂੰ ਭੇਜਿਆ ਉਹ ਇਸ ਲਈ ਜ਼ਿੰਮੇਵਾਰ ਨੇ। ਵੇਖੋ ਕਰਨਾ ਤਾਂ ਬਹੁਤ ਕੁਝ ਚਾਹੀਦਾ। ਮਿਸਾਲ ਦੇ ਤੌਰ ਤੇ ਜਿਹੜੇ ਲੋਕ ਪੰਜਾਬ ਪੁਲਿਸ ਲਈ ਕੰਮ ਕਰਦੇ ਸੀ, ਹਾਂਜੀ, ਤੁਹਾਨੂੰ ਯਾਦ ਹੋਣਾ ਗੁਰਨੇਤ ਸਿੰਘ ਜੀ ਕੁਝ ਸਾਲ ਪਹਿਲਾਂ ਇੱਕ ਜਾਰੀ ਹੋਇਆ ਸੀ, ਇੱਕ ਦਸਤਾਵੇਜ਼ ਜਾਰੀ ਹੋਇਆ ਸੀ ਕਿ ਜਿਹੜੇ ਲੋਕ ਇਮੀਗ੍ਰੇਸ਼ਨ ਲਈ ਅਪਲਾਈ ਕਰਦੇ, ਹਾਂਜੀ, ਉਹ ਇਹਨਾਂ ਸਵਾਲਾਂ ਦਾ ਜਵਾਬ ਦੇਣ ਕਿ ਬਲੂ ਸਟਾਰ ਵੇਲੇ ਤੁਹਾਡੀ ਪੋਸਟਿੰਗ ਕਿੱਥੇ ਸੀ, ਜਿਹੜੀਆਂ ਕੁਝ ਮੰਦਭਾਗੀ ਘਟਨਾਵਾਂ ਹੋਈਆਂ ਉਸ ਵੇਲੇ ਦੱਸੋ, ਤੁਸੀਂ ਕਿਹੜੇ ਮਹਿਕਮੇ ਲਈ ਕੰਮ ਕੀਤਾ, ਜਾਂ ਜਿਵੇਂ BSF ਦੇ ਅਫਸਰ ਨੂੰ ਇੱਥੇ ਰੋਕਿਆ ਗਿਆ, ਬਿਲਕੁਲ ਪੁਲਿਸ ਵਾਲੇ ਅਫਸਰਾਂ ਨੂੰ ਰੋਕਿਆ ਗਿਆ, ਇਸ ਤਰ੍ਹਾਂ ਦੇ ਬਹੁਤ ਸਾਰੀ ਕਾਰਵਾਈ ਹੋਈ। ਇੱਕ ਕੁਝ ਪੁਲਿਸ ਵਾਲਿਆਂ ਨੇ ਇਸੇ ਤੁਹਾਨੂੰ ਸ਼ਰਨ ਵੀ ਲਈ ਆ ਕੇ, ਜਿਨ੍ਹਾਂ ਲੋਕਾਂ ਨੇ ਆ ਕੇ ਏਅਰ ਇੰਡੀਆ ਇਨਕੁਆਇਰੀ ਵੇਲੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕੋਲ ਬਹੁਤ ਅਹਿਮ ਦਸਤਾਵੇਜ਼ ਨੇ, ਹਾਂਜੀ, ਤਰਵਿੰਦਰ ਸਿੰਘ ਪਰਮਾਰ ਦੇ ਕਨਫੈਸ਼ਨ ਸਾਡੇ ਕੋਲ ਪਿਆ, ਕੀ ਬਣਿਆ ਉਹਦਾ? ਉਹਨਾਂ ਨੇ ਆਇਆ, ਅਸੀਂ ਇਮੀਗ੍ਰੇਸ਼ਨ ਲੈਣ ਦੀ ਬੜਾ ਕੁਝ ਕੀਤਾ ਉਹਨਾਂ ਨੇ, ਪਾਪੜ ਵੇਲੇ ਉਹਨਾਂ ਨੇ ਆਪਣੇ ਦਸਤਾਵੇਜ਼ ਵੀ ਦੇਤੇ, ਥੋੜੀ ਜਿਹੀ ਖਬਰ ਉੱਠੀ ਹੈ, ਮੁੜ ਕੇ ਗੱਲ ਆਈ ਗਈ ਹੋ ਗਈ। ਇਨਕੁਆਇਰੀ 'ਚ ਤਾਂ ਉਸ ਗੱਲ ਦੇ ਤਹਿ ਤੱਕ ਕੋਈ ਗਿਆ ਹੀ ਨਹੀਂਗਾ ਕਿ ਜਿਹੜੇ ਦਸਤਾਵੇਜ਼ ਉਹ ਲੈ ਕੇ ਆਏ ਸੀ, ਜਿਸ ਵਿੱਚ ਤਰਵਿੰਦਰ ਸਿੰਘ ਪਰਮਾਰ ਦੇ ਕਨਫੈਸ਼ਨਲ ਸਟੇਟਮੈਂਟ ਸੀ, ਉਹ ਜਗ ਜ਼ਾਹਰ ਵੀ ਨਹੀਂ ਹੋਇਆ ਜੀ, ਨਾ ਉਸ ਪਾਸੇ ਮਤਲਬ ਕੋਈ ਨਿਸ਼ਾਨਦੇਹੀ ਕੀਤੀ ਗਈ ਜੀ ਜਾਂਚ ਵਿੱਚ। ਸੋ ਇਸ ਤਰੀਕੇ ਨਾਲ ਜਿਹੜਾ ਚੱਲ ਪਿਆ ਕੰਮ ਕਿ ਲੋਕ ਉਲਟਾ ਫਾਇਦਾ ਚੱਕ ਰਹੇ ਨੇ ਇਮੀਗ੍ਰੇਸ਼ਨ ਲੈਣ ਲਈ, ਚੋਗਾ ਪਾ ਰਹੇ ਨੇ, ਤਾਂ ਤੁਹਾਨੂੰ ਤੁਸੀਂ ਉਸ ਮੌਕੇ ਨੂੰ ਵੀ ਨਹੀਂ ਸਾਂਭ ਸਕੇ ਜੀ ਜੀ। ਸੋ ਇਹ ਨਲਾਇਕੀ ਨਹੀਂ ਤੇ ਹੋਰ ਕੀ ਹੈ, ਕਿਧਰੇ ਨਾ ਕਿਧਰੇ ਮਤਲਬ ਇਹ ਗੜਬੜ ਇਹ ਹੈ ਕਿ ਬੇਸਿਕਲੀ ਲਿਹਾਜ਼ ਪਾਲਿਆ ਜਾ ਰਿਹਾ ਵੱਡੀਆਂ ਵੱਡੀਆਂ ਤਾਕਤਾਂ ਦਾ ਕਿ ਜੀ ਅਸੀਂ ਟਰੰਪ ਨੂੰ ਨਹੀਂ ਰਸਾਉਣਾ, ਅਸੀਂ ਮੋਦੀ ਨੂੰ ਨਹੀਂ ਰਸਾਉਣਾ,
ਜਿਹੜਾ ਤੁਹਾਡਾ, ਫਿਰ ਮੈਂ ਉਹੀ ਕਹੂੰਗਾ ਕਿ ਇੱਕ ਜਿਹੜਾ ਨੈਸ਼ਨਲ ਇੰਟਰਸਟ ਸੋ ਕਾਲਡ ਕਹਿੰਦੇ ਆਪਾਂ ਸੋਵਰਨਿਟੀ, ਹਾਲਾਂਕਿ ਮੇਰਾ ਨਿੱਜੀ ਤੌਰ 'ਤੇ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂਗਾ ਜੀ, ਪਰ ਪ੍ਰਭੂ ਸੱਤਾ ਜਾਂ ਉਹਦੇ ਮਾਮਲੇ ਜਦੋਂ ਆਉਂਦੇ ਆ, ਜੋ ਉਹਨਾਂ 'ਚ ਤੁਸੀਂ ਹੱਦਬੰਦੀ ਕੀਤੀ ਹੋਈ ਹੈ, ਕਾਨੂੰਨ ਬਣੇ ਹੋਏ ਆ, ਬਿਲਕੁਲ, ਤੇ ਤੁਹਾਨੂੰ ਪਰੇਸ਼ਾਨੀ ਕਿਸ ਗੱਲ ਦੀ ਹੈ? ਇਨਕੁਆਇਰੀ ਤੇ ਕਰਾਓ। ਜੇ ਸਾਡੇ ਭਾਈਚਾਰੇ 'ਚ ਸਮੱਸਿਆ ਬਹੁਤ ਵੱਡੀ ਬਣੀ ਹੋਈ ਹੈ ਏਅਰ ਇੰਡੀਆ ਤੋਂ ਲੈ ਕੇ ਹੁਣ ਤੱਕ। ਮਿਸਾਲ ਦੇ ਤੌਰ 'ਤੇ ਜਦੋਂ ਗੁਰਨਾਨਕ ਸਿੱਖ ਟੈਂਪਲ ਵਿੱਚ ਨਿਰਮਲ ਸਿੰਘ ਗਿੱਲ ਦਾ ਕਤਲ ਹੋਇਆ, ਹਾਂਜੀ, ਗੋਰੇ ਨਸਲਵਾਦੀ ਨੇ ਕਤਲ ਕੀਤਾ ਸੀਗਾ, ਬਿਲਕੁਲ, ਬਿਨਾਂ ਫਾਈਂਡ ਆਊਟ ਕੀਤਿਆਂ ਬਲਵੰਤ ਸਿੰਘ ਗਿੱਲ ਨੇ ਉਦੋਂ ਬਿਆਨ ਦਿੱਤਾ ਵੀ ਇਹ ਇਹਦੇ ਪਿੱਛੇ ਕੱਟੜਪੰਥੀ ਹੋ ਸਕਦੇ ਨੇ। ਕਮਿਊਨਿਟੀ ਦੀ ਟੈਨਸ਼ਨ ਪਈ ਰਹੀ, ਮਗਰੋਂ ਪਤਾ ਲੱਗਾ ਕੰਮ ਤਾਂ ਕੀਤਾ ਸੀ ਗੋਰੇ ਨਸਲਵਾਦੀਆਂ ਨੇ ਜੀ, ਫਿਰ ਉਹਨਾਂ ਨੂੰ ਮਾਫੀ ਮੰਗਣੀ ਪਈ ਹੈ। ਮੇਰਾ ਕਹਿਣ ਦਾ ਮਤਲਬ ਭਾਈਚਾਰੇ ਵਿੱਚ ਸ਼ੰਕਾਵਾਂ ਦਾ ਦੌਰ ਅਜੇ ਦੂਰ ਨਹੀਂ ਹੋਇਆ ਜੀ, ਅਜੇ ਵੀ ਵੰਡੀਆਂ ਪਈਆਂ ਹੋਈਆਂ। ਔਰ ਉਲਟ ਗੱਲ ਇਹ ਹੋ ਰਹੀ ਕਿ ਭਾਰਤੀ ਏਜੰਸੀਆਂ ਦੇ ਲੋਕ ਆ ਕੇ ਉਹਨਾਂ ਵੰਡੀਆਂ ਨੂੰ ਹੋਰ ਜ਼ਿਆਦਾ ਪੱਕਿਆਂ ਕਰ ਰਹੇ, ਸ਼ੰਕਾਵਾਂ ਵੱਧ ਰਹੀਆਂ, ਚਾਹੁੰਦੇ ਦੂਰੀ ਹੋਰ ਵਧਾਈ ਜਾਵੇ ਜੀ ਜੀ ਜੀ। ਉਹੋ ਜਿਹੇ ਇੰਟਰਸਟ ਕੰਮ ਕਰ ਰਹੇ ਇੱਥੇ। ਕਈ ਪੋਲੀਟੀਸ਼ੀਅਨ ਉਹਨਾਂ ਨੇ ਜੇਲ੍ਹ 'ਚ ਪਾਏ ਹੋਏ ਆਪਣੇ। ਆ ਪਿੱਛੇ ਜੋ ਅਫਗਾਨਿਸਤਾਨ 'ਚ 25 ਸਿੱਖ ਜਿਹੜੇ ਕਤਲ ਹੋਏ, ਜੀ ਜੀ, ਹੁੱਬ ਕੇ ਬਿਆਨ ਦੇਤਾ, ਬੜੀ ਮਾੜੀ ਗੱਲ ਹੋਈ। ਅਸੀਂ ਆਪ ਕਹਿੰਦੇ ਮਾੜੀ ਗੱਲ ਹੋਈ ਆ, ਪਰ ਉਸ ਤੋਂ ਪਹਿਲਾਂ ਦਿੱਲੀ ਜਿਹੜੇ ਮੁਸਲਮਾਨ ਕਤਲ ਹੋਏ, ਇਹ ਤਾਂ ਇਹਨਾਂ 'ਚੋਂ ਕਿਉਂ ਨਹੀਂ ਬੋਲਿਆ? ਸਮੱਸਿਆ ਆਹੀ ਹੈ। ਸਭ ਤੋਂ ਵੱਡੀ ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਕਿ ਜਦੋਂ ਇੱਕ ਪਾਸੇ ਕਿਸੇ ਤਰ੍ਹਾਂ ਦੀ ਭੂਮਿਕਾ ਤੇ ਦੂਸਰੇ ਪਾਸੇ ਉਹਦੇ ਉਲਟ ਭੂਮਿਕਾ ਨਿਭਾਉਣੀ। ਹੁਣ ਜਿਹੜੀ ਜਿੰਨਾ ਸ਼ੰਕਾਵਾਂ ਦੀ ਗੱਲ ਤੁਸੀਂ ਜ਼ਿਕਰ ਕੀਤਾ ਕਿ ਹਰ ਬੰਦਾ, ਖਾਸ ਤੌਰ 'ਤੇ ਅਸੀਂ ਐਜ਼ ਜਰਨਲਿਸਟ ਆਪਣੇ ਪੇਸ਼ੇ ਦੀ ਗੱਲ ਕਰੀਏ, ਬੜੀ ਮਿਹਨਤ ਦੇ ਨਾਲ ਥੋੜ੍ਹੇ ਸਰੋਤਾਂ ਦੇ ਵਿੱਚ ਸੋਰਸਿਸ, ਇਹਨਾਂ ਦਿਨਾਂ 'ਚ ਤਾਂ ਕੋਵਿਡ-19 ਦੇ ਵਿੱਚ ਤਾਂ ਇੱਥੋਂ ਤੱਕ ਵੀ ਹਾਲਾਤ ਬਣੇ ਹੋਏ ਨੇ ਕਿ ਪ੍ਰਿੰਟ ਅਖਬਾਰ ਛਾਪ ਕੇ ਵੰਡਣੇ ਵੀ ਬੜੇ ਔਖੇ ਨੇ। ਇਸ ਤਰ੍ਹਾਂ ਚੈਨਲ TV ਰੇਡੀਓ, ਉਹਨਾਂ ਲਈ ਵੀ ਚੁਣੌਤੀਆਂ ਨੇ। ਇਹੋ ਜਿਹੇ ਸੰਕਟਮਈ ਸਮੇਂ ਦੇ ਵਿੱਚ ਇਹ ਗੱਲ ਜਿਹੜੀ ਉਂਗਲੀਆਂ ਚੁੱਕਣ ਵਾਲੀ ਸ਼ੁਰੂ ਹੋ ਜਾਣੀ, ਇਹ ਬਹੁਤ ਜ਼ਿਆਦਾ ਨਾਜ਼ੁਕ ਸਿਚੁਏਸ਼ਨ ਹੈ ਕਿ ਜਾਂ ਤਾਂ ਇਹ ਗੱਲ ਉੱਠਦੀ ਨਾ, ਜੇ ਹੁਣ ਉੱਠੀ ਹੈ ਤਾਂ ਇਸ ਦਾ ਨਿਬੇੜਾ ਹੋਣਾ ਚਾਹੀਦਾ। ਨਹੀਂ, ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਇਸ ਵੇਲੇ ਸੰਕਟ ਵਿੱਚੋਂ ਸਾਰੀ ਦੁਨੀਆ ਲੰਘ ਰਹੀ ਜੀ, ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਇਕੱਠਿਆਂ, ਜਿਵੇਂ ਕਿ WHO ਵਾਲਿਆਂ ਨੇ ਜਾਂ ਪੋਪ ਨੇ ਵੀ ਕਿਹਾ ਕਿ ਦੁਨੀਆ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਲੜਾਈ ਲੜੇ। ਬਿਲਕੁਲ, ਪਰ ਜੇ ਇਸ ਕਿਸਮ ਦੇ ਸਮਾਚਾਰ ਆ ਰਹੇ ਨੇ ਕਿ ਤੁਸੀਂ ਮਤਲਬ ਪਿੱਠ ਤੇ ਛੁਰੇ ਮਾਰ ਰਹੇ ਹੋ, ਤੁਸੀਂ ਘੁਸਪੈਠੀਏ ਛੱਡ ਰਹੇ ਹੋ, ਤੁਸੀਂ ਭਾਈਚਾਰੇ 'ਚ ਮਤਲਬ ਰੌਣਕ ਕੜੀਆਂ ਕਰ ਰਹੇ ਹੋ, ਤੁਸੀਂ ਤਾਂ ਆਪਣੀ ਟੈਰੀਟਰੀ ਛੱਡਣ ਨੂੰ ਤਿਆਰ ਨਹੀਂ, ਜਿਹਨੂੰ ਪੋਲੀਟੀਕਲ ਟੈਰੀਟਰੀ ਸੀ ਕਹਿੰਦੇ ਜੀ, ਫਿਰ ਤੁਸੀਂ ਕਿਸ ਗੱਲੋਂ ਆਸ ਕਰਦੇ ਹੋ ਕਿ ਲੋਕੀ ਸਾਰਾ ਕੁਝ ਭੁਲਾ ਦੇਣ? ਅਸੀਂ ਕਿਉਂ ਅੱਖਾਂ ਮੀਚ ਲਈਏ ਬਤੌਰ ਮੀਡੀਆ ਜਿਹੜੇ ਪਰਸਨਸ? ਅਸੀਂ ਅੱਖਾਂ ਨਹੀਂ ਮੀਚ ਸਕਦੇ, ਅਸੀਂ ਲੋਕਾਂ ਦੱਸਾਂਗੇ ਕਿ ਵੀ ਆਹ ਗੱਲਾਂ ਹੋ ਰਹੀਆਂ ਜੀ। ਸੋ ਇਸ ਵੇਲੇ ਇਸ ਮਾਮਲੇ ਦੀ ਇਨਕੁਆਇਰੀ ਦੀ ਜਿਹੜੀ ਹੈ ਲੋੜ ਹੈ। ਬਿਲਕੁਲ, ਮੈਨੂੰ ਲੱਗਦਾ ਨਹੀਂ ਕਿ ਕੋਵਿਡ-19 ਕਰਕੇ ਜਾਂ ਹੋਰ ਕਾਰਨਾਂ ਕਰਕੇ ਜਾਂ ਭਾਰਤ ਨਾਲ ਸੰਬੰਧ ਸੁਖਾਵੇਂ ਹੋਣ ਕਰਕੇ ਸਰਕਾਰ ਇਹਨਾਂ ਹੌਸਲਾ ਕਰੇਗੀ ਜੀ, ਪਰ ਫਿਰ ਵੀ ਇਹ ਪ੍ਰੈਸ਼ਰ ਜਿਹੜਾ ਹੈ ਲਗਾਤਾਰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਸ ਦੇ ਉੱਤੇ ਇਸ ਦਾ ਕੋਈ ਨਿਬੇੜਾ ਹੋਵੇ, ਕਿਉਂਕਿ ਬਾਰ-ਬਾਰ ਇਹ ਗੱਲਾਂ ਹੋ ਰਹੀਆਂ, ਇੱਕ ਤੋਂ ਬਾਅਦ ਇੱਕ ਹੋ ਰਹੀਆਂ ਜੀ ਜੀ ਜੀ। ਇੱਕ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਇੱਕ ਇਸ਼ੂ ਸਾਹਮਣੇ ਆ ਗਿਆ, ਚਲੋ ਇਸ ਦੇ ਬਾਰੇ ਗੱਲਬਾਤ, ਜਿਹੜੇ ਨਹੀਂ ਆਏ ਉਹਨਾਂ ਦੀ ਕੌਣ ਦੱਸੂ? ਇਹ ਸਵਾਲ ਆ ਬੜਾ ਵੱਡਾ, ਉਹਨਾਂ ਦੀ ਪੈੜ ਕੱਢਣ ਵਾਸਤੇ ਇਨਕੁਆਇਰੀ ਜ਼ਰੂਰੀ ਹੈ। ਇਹ ਤਾਂ ਇੱਕ ਕਿੱਸਾ ਆ ਗਿਆ ਜਿਹਨੂੰ ਲੈ ਕੇ ਅਸੀਂ ਡਿਸਕਸ ਕਰ ਰਹੇ ਬੈਠੇ ਹਾਂ, ਪਰ ਕਿਸੇ ਦੇ ਇਸ ਤਰ੍ਹਾਂ ਦੇ ਕਈ ਹੋਰ ਨੇ, ਇਹਨਾਂ ਦੀ ਛਾਣਬੀਨ ਨਹੀਂ ਹੋਈ ਜੀ। ਹੁਣ ਜਦੋਂ ਜਰਾ ਟਰੂਡੋ ਦੀ ਫੇਰੀ ਵੇਲੇ ਜਸਪਾਲ ਅਟਵਾਲ ਦੀ ਫੋਟੋ ਕਿਵੇਂ ਬਾਹਰ ਆਈ, ਕਿ ਕਿੰਨੇ ਖਿੱਚੀ, ਕਿੰਨੇ ਉਹਨੂੰ ਸੋਸ਼ਲ ਮੀਡੀਆ ਲਿਆਂਦਾ, ਕਿਹੜੇ ਇੰਟਰਸਟ ਕੰਮ ਕਰ ਰਹੇ ਸੀ, ਕਿਹੜੇ ਲੋਕ ਨਾਲ ਸੀਗੇ ਟਰੂਡੋ ਦੇ, ਉਹਨਾਂ ਦੇ ਕੀ ਇੰਟਰਸਟ ਸੀਗਾ, ਕਿਹਨਾਂ ਨਾਲ ਜੁੜੇ ਸੀ ਤਾਰਾਂ ਉਹਨਾਂ ਦੀਆਂ, ਕੁਝ ਵੀ ਨਹੀਂ ਸਾਨੂੰ ਪਤਾ। ਜਿਹੜੀ ਰਿਪੋਰਟ ਆਈ ਉਹ ਰਿਡੈਕਟਡ ਰਿਪੋਰਟ ਹੈ, ਉਸ 'ਚ ਕਈ ਨਾਂ ਨਸ਼ਰ ਤੱਕ ਨਹੀਂ ਕੀਤੇ ਗਏ। ਸੋ ਅਸੀਂ ਮੁੱਖ ਤੌਰ 'ਤੇ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਦਖਲਅੰਦਾਜ਼ੀ ਤਾਂ ਹੈ ਜੀ ਜੀ, ਪਰ ਕੌਣ ਕਰ ਰਿਹਾ, ਕਿਵੇਂ ਕਰ ਰਿਹਾ? ਇੱਥੇ ਤਾਂ ਇੱਥੋਂ ਤੱਕ ਵੀ ਮੈਂ ਸੁਣਿਆ, ਗੁਰਿੰਦਰ ਸਿੰਘ ਜੀ, ਸ਼ਾਇਦ ਤੁਹਾਡੇ ਵੀ ਧਿਆਨ 'ਚ ਗੱਲ ਆਈ ਹੋਵੇ ਕਿ ਕੁਝ ਅਖਬਾਰਾਂ ਇੱਦਾਂ ਦੀਆਂ ਨਿਕਲਦੀਆਂ ਰਹੀਆਂ ਪਹਿਲੋਂ ਜੀ, ਅੱਜ ਕੱਲ੍ਹ ਬੰਦ ਨੇ। ਉਹਨਾਂ ਅਖਬਾਰਾਂ ਨੂੰ ਚਲਾਉਣ ਵਾਲੇ ਭਾਰਤ ਪੱਖੀ ਜਿਹੜੇ ਸੀਗੇ ਲੋਕ ਜੀ, ਜਿੰਨੀ ਦੇਰ ਤੱਕ ਉਹਨਾਂ ਨੂੰ ਲੋੜ ਸੀਗੀ ਉਹਨਾਂ ਅਖਬਾਰਾਂ ਦੇ ਇਸ਼ਤਿਹਾਰ ਵੀ ਆਉਂਦੇ ਰਹੇ ਜੀ, ਕਿਉਂਕਿ ਹੁੰਦਾ ਇਸ ਤਰ੍ਹਾਂ ਕਿ ਭਾਈਚਾਰੇ ਜਿਹੜੇ ਲੋਕ ਬਿਜ਼ਨਸ ਕਰਦੇ ਆ, ਬਹੁਤ ਸਾਰੇ ਬਿਜ਼ਨਸ ਅਦਾਰੇ ਨੇ ਜਿਹੜੇ ਭਾਰਤੀ ਐਮਬੈਸੀ ਦੇ ਕਾਫੀ ਲਾਗੇ ਨੇ, ਜਿਨ੍ਹਾਂ ਦਾ ਉਹਨਾਂ ਨੂੰ ਆਸ਼ੀਰਵਾਦ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੀ ਉੱਠਣੀ ਬੈਠਣੀ ਜੀ ਜੀ। ਉਹ ਜੇ ਇੱਕ ਵਾਰੀ ਝੰਡੀ ਵਿਖਾ ਦੇਣ, ਇਸ਼ਾਰਾ ਕਰ ਦੇਣ, ਫਿਰ ਉਹਨਾਂ ਅਖਬਾਰਾਂ ਦੇ ਬਾਹਰ ਨਾਰੇ ਇਸ਼ਤਿਹਾਰ ਵੀ ਉਹਨਾਂ ਨੂੰ ਮਿਲਣਗੇ। ਉਹਨਾਂ ਨੇ ਆਪ ਇਹ ਗੱਲ ਮੰਨੀ ਹੋਈ ਹੈ ਕਿ ਜਦੋਂ ਲੋੜ ਸੀ ਇਸ਼ਤਿਹਾਰ ਸਾਨੂੰ ਆਉਂਦੇ ਸੀਗੇ ਜੀ, ਜਦੋਂ ਸਾਡਾ ਪ੍ਰੋਜੈਕਟ ਖਤਮ ਹੋ ਗਿਆ, ਇਸ਼ਤਿਹਾਰਾਂ ਨੇ ਖਤਮ ਹੋ ਗਏ, ਅਖਬਾਰਾਂ ਬੰਦ ਹੋ ਗਈਆਂ। ਦੇਖੋ, ਇਹੋ ਜਿਹਾ ਕੰਮ ਸਾਡੇ ਭਾਈਚਾਰੇ 'ਚ ਹੁੰਦਾ ਆਇਆ। ਇਹ ਮੈਂ ਕੋਲੋਂ ਬਣਾ ਕੇ ਨਹੀਂ ਕਹਿ ਰਿਹਾ, ਜਿਹੜੇ ਪੁਰਾਣੇ ਲੋਕ ਬੈਠੇ ਨੇ ਉਹ ਚੰਗੀ ਤਰ੍ਹਾਂ ਜਾਣਦੇ। ਬਿਲਕੁਲ ਜੀ। ਗੁਰਪ੍ਰੀਤ ਸਿੰਘ ਜੀ, ਬੜੇ ਵਿਸਤਾਰ 'ਚ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਵਾਲ ਜਿਹੜੇ ਇਸ ਵੇਲੇ ਉੱਠ ਰਹੇ ਨੇ ਉਹਨਾਂ ਨੂੰ ਤੁਸੀਂ ਸਾਂਝਾ ਕੀਤਾ, ਤੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਅਖੀਰ 'ਚ ਮੈਂ ਇਹ ਕਹਿਣਾ ਚਾਹੂੰਗਾ ਲੋਕਾਂ ਨੂੰ, ਸਾਰਿਆਂ ਨੂੰ, ਕਿ ਪਲੀਜ਼ ਥੋੜ੍ਹਾ ਧਿਆਨ ਦਿਓ। ਕੋਵਿਡ-19 ਬਾਰੇ ਜ਼ਰੂਰੀ ਹੈ ਕਿ ਅਸੀਂ ਸਰੀਰਕ ਆਪਣੀ ਵਿੱਥ ਬਣਾ ਕੇ ਰੱਖੀਏ, ਇਹਤਿਆਤ ਰੱਖੀਏ, ਬਹੁਤਾ ਸਮਾਂ ਘਰ 'ਚ ਰਹੀਏ, ਜੇ ਨਹੀਂ ਜ਼ਰੂਰੀ ਐਵੇਂ ਥਾਂ ਲੂਰ ਨਾ ਫਿਰੀਏ, ਪਰ ਆਪਣੀਆਂ ਅੱਖਾਂ ਖੁੱਲੀਆਂ ਰੱਖੋ, ਆਪਣੇ ਕੰਨ ਖੁੱਲ੍ਹੇ ਰੱਖੋ ਜੀ। ਅਸੀਂ ਜਿਨ੍ਹਾਂ ਮੁਲਕਾਂ 'ਚ ਰਹਿ ਰਹੇ ਹਾਂ, ਸਾਡੇ ਕੋਲ ਪ੍ਰਿਵਿਲੇਜ ਹੈ, ਸਾਡੇ ਕੋਲ ਨੈੱਟ ਵੀ ਹੈ। ਤੁਸੀਂ ਸੋਚੋ ਕਸ਼ਮੀਰ 'ਚ ਕੀ ਹਾਲਾਤ ਨੇ ਜਿੱਥੇ ਨੈੱਟ ਵੀ ਨਹੀਂ ਚੱਲ ਰਿਹਾ। ਬਿਲਕੁਲ,
ਤਾਂ ਤੁਸੀਂ ਆਪਣੇ ਆਪ ਨੂੰ ਜਾਗਰੂਕ ਰੱਖੋ, ਅਪਡੇਟ ਰੱਖੋ। ਜਿਹੜੀਆਂ ਖਬਰਾਂ ਹੋਰ ਨੇ ਜਿਹੜੀਆਂ ਧਿਆਨ ਮੰਗਦੀਆਂ ਉਹਨਾਂ ਵੱਲ ਵੀ ਧਿਆਨ ਦਿਓ। ਇਹ ਨਾ ਹੋਵੇ ਕਿ ਕੋਵਿਡ-19 ਦੀ ਦਹਿਸ਼ਤ ਦੇ ਵਿੱਚ ਅਸੀਂ ਉਲਝ ਕੇ ਰਹਿ ਜਾਈਏ ਤੇ ਹਾਕਮ ਜਮਾਤਾਂ ਆਪਣਾ ਕੰਮ ਕਰੀ ਜਾਣ। ਇਹ ਜ਼ਰੂਰੀ ਹੈ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਗੱਲਬਾਤ ਕੀਤੀ, ਹਾਰਦਿਕ ਸ਼ੁਕਰੀਆ। ਇਸ ਦੇ ਨਾਲ ਹੀ ਜਿਹੜੇ ਵਿਸ਼ੇ ਨੂੰ ਅਸੀਂ ਲਿਆ, ਜਿਸ ਦੇ ਬਾਰੇ ਵਿਸਤਾਰ 'ਚ ਗੱਲਬਾਤ ਹੋਈ ਹੈ, ਇਹ ਜਿਹੜੀ ਕਿ ਗਲੋਬਲ BC ਦੀ ਨਿਊਜ਼, ਗਲੋਬਲ ਨਿਊਜ਼ ਦੇ ਵਿੱਚ ਜਿਹੜੀ ਇਹ ਸਾਰੀ ਡਿਟੇਲ ਆਈ ਹੈ, ਜਾਂ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਮੀਡੀਆ ਕਰਮੀ ਨੇ ਉਹਨਾਂ ਨੇ ਇਸ ਨੂੰ ਕਵਰ ਕੀਤਾ ਕਿ ਇੰਡੀਆ ਦੇ ਇੱਕ ਉੱਥੋਂ ਦੇ ਅਖਬਾਰ ਦੇ ਐਡੀਟਰ ਇਨ ਚੀਫ, ਉਸ ਨੇ ਜੋ ਇੱਥੇ ਇਮੀਗ੍ਰੇਸ਼ਨ ਵਾਸਤੇ ਅਪਲਾਈ ਕੀਤਾ ਉਸ ਨੂੰ ਰੱਦ ਕੀਤਾ ਗਿਆ। ਉਸ ਦੇ ਕਾਰਨ ਇਹ ਹੀ ਸਨ ਕਿ ਕੈਨੇਡੀਅਨ ਪੋਲੀਟੀਸ਼ੀਅਨ ਨੂੰ ਉਹ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਸੀ, ਏਜੰਸੀਆਂ ਦੇ ਆਖੇ ਲੱਗ ਕੇ, ਉਹਨਾਂ ਦੇ ਕਹੇ 'ਤੇ ਉਹਨਾਂ ਤੋਂ ਕੀ ਪੈਸੇ ਲੈਂਦਾ ਸੀ ਜਾਂ ਕਿਸ ਤਰ੍ਹਾਂ ਵਿਕਿਆ ਸੀ, ਜਾਂ ਉਸ ਨੇ ਕਿਵੇਂ ਸਾਰਿਆਂ ਨੂੰ ਬਾਕੀਆਂ ਨੂੰ ਬਦਨਾਮ ਕੀਤਾ। ਇਹ ਬਹੁਤ ਜ਼ਰੂਰੀ ਹੈ ਕਿ ਉਸ ਦੇ ਬਾਰੇ ਜਿਹੜਾ ਇਹ ਵੀ ਲਿਖ ਕੇ ਉਸ ਦਾ ਜ਼ਿਕਰ ਕਰ ਦਿੱਤਾ, ਪਰ ਉਸ ਦਾ ਨਾਂ ਸਾਹਮਣੇ ਨਹੀਂ ਆਇਆ। ਉਸ ਦਾ ਨਾਂ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਇੱਕ ਦੂਜੇ ਵੱਲ ਕੋਈ ਉਂਗਲੀਆਂ ਨਾ ਚੱਕੇ, ਕੋਈ ਇੱਕ ਦੂਜੇ ਨੂੰ ਗੌਰਮੈਂਟ ਦੇ ਏਜੰਟ ਨਾ ਕਵੇ, ਖੁਫੀਆ ਏਜੰਸੀ ਦੇ ਬੰਦੇ ਨਾ ਕਵੇ, ਗੱਦਾਰ ਨਾ ਕਵੇ, ਪਰ ਨਾਲ ਉਹਨਾਂ ਦੀ ਨਿਸ਼ਾਨਦੇਹੀ ਵੀ ਹੋਵੇ ਜਿਹੜੇ ਇਸ ਤਰ੍ਹਾਂ ਦੇ ਕੰਮ ਲਗਾਤਾਰ ਨਿਰੰਤਰ ਤੌਰ 'ਤੇ ਕਰ ਰਹੇ ਨੇ। ਇਹਨਾਂ ਦੇ ਨਾਲ ਜਿਹੜਾ ਪੇਸ਼ਾ ਪੱਤਰਕਾਰੀ ਦਾ, ਉਸ ਦੇ ਉੱਪਰ ਵੀ ਸ਼ੰਕੇ ਉੱਠਦੇ ਨੇ। ਕੈਨੇਡਾ ਦੀ ਆਪਣੀ ਸੋਵਰਨਟੀ ਹੈ, ਇੰਡੀਆ ਦੀ ਆਪਣੀ ਸੋਵਰਨਟੀ ਹੈ। ਅਸੀਂ ਜਦੋਂ ਆਜ਼ਾਦੀ ਦੀ ਗੱਲ ਕਰਦੇ ਹਾਂ, ਨਿਰਪੱਖਤਾ ਦੀ ਗੱਲ ਕਰਦੇ ਹਾਂ, ਤਾਂ ਪੱਤਰਕਾਰਤਾ ਦੇ ਵਿੱਚ ਇਹ ਗੱਲ ਵਿਸ਼ੇਸ਼ ਤੌਰ 'ਤੇ ਆਉਂਦੀ ਹੈ ਕਿ ਇਹ ਵਿਕਾਊ ਜ਼ਮੀਰ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਅਤੇ ਅਖੀਰ 'ਚ ਇਹੀ ਲਫ਼ਜ਼ ਜਿਸ ਦੇ ਨਾਲ ਅੱਜ ਇਹ ਗੱਲਬਾਤ ਸਮੇਟਦੇ ਹਾਂ, ਇੱਕ ਚੀਜ਼ ਥੀ ਜ਼ਮੀਰ, एक चीज़ थी ज़मीर जो वापस ना ला सका, लौटा तो है ज़रूर वो दुनिया खरीद कर, लौटा तो है ज़रूर वो दुनिया खरीद कर। ऐसी विकाऊ ज़मीर ਨੂੰ ਤਿਆਗਣ ਦੀ ਲੋੜ ਹੈ ਪੱਤਰਕਾਰੀ ਦੀ ਉੱਚਤਾ ਦੇ ਲਈ। ਤੁਹਾਡਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।